ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਸੁਖਵਿੰਦਰ ਜੀ। ਧੰਨਵਾਦ ਡਾਕਟਰ ਸਾਹਿਬ। ਅੱਜ ਸਵਾਲ ਜਿਹੜੇ ਨੇ ਉਹ ਮੁਲਕ ਦੇ ਹਾਲਾਤ ਉੱਤੇ ਜਿਹੜਾ ਫੋਕਸ ਕਰਨੇ ਨੇ ਕਿ ਬਣ ਕੀ ਰਿਹਾ ਆ। ਇੱਕ ਪਾਸੇ ਤਾਂ ਸਾਡੀ ਅਰਥ ਵਿਵਸਥਾ ਤਹਿਸ ਨਹਿਸ ਹੁੰਦੀ ਜਾ ਰਹੀ ਆ। ਸਾਡੇ ਅਰਥਚਾਰੇ ਨੂੰ ਜਿਹੜਾ ਉਹ ਖੋਰਾ ਲੱਗਦਾ ਜਾ ਰਿਹਾ। ਡਾਲਰ ਦੇ ਮੁਕਾਬਲੇ ਰੁਪਈਆ ਜਿਹੜਾ ਉਹ ਹੋਰ ਵੀ ਡਿੱਗਦਾ ਜਾ ਰਿਹਾ ਤੇ ਨਾਲੋਂ ਨਾਲ ਦੂਜੇ ਪਾਸੇ ਜਿਹੋ ਜੀ ਨਫ਼ਰਤੀ ਸਿਆਸਤ ਚੱਲ ਰਹੀ ਹੈ। ਉੱਤਰ ਪ੍ਰਦੇਸ਼ ਵਿੱਚ ਕਈ ਘਰ ਢਾਹ ਦਿੱਤੇ ਗਏ। ਕਹਿੰਦੇ ਜੀ ਇਹ ਦੰਗਾਕਾਰੀ ਸੀਗੇ, ਦੰਗੇ ਭੜਕਾਉਂਦੇ ਨੇ। ਘੱਟ ਗਿਣਤੀਆਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ। ਕਸ਼ਮੀਰ ਫਾਈਲਸ ਫਿਲਮ ਤੋਂ ਬਾਅਦ ਜੋ ਕੁਝ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਉਹ ਵੀ ਲੋਕਾਂ ਨੇ ਦੇਖਿਆ ਕਿ ਕਿਸ ਢੰਗ ਦੇ ਨਾਲ ਉੱਥੇ ਕਸ਼ਮੀਰੀ ਪੰਡਤਾਂ ਨੂੰ ਮਾਰਿਆ ਗਿਆ ਜਾਂ ਮਾਰਿਆ ਜਾ ਰਿਹਾ। ਜਿਸ ਤਰੀਕੇ ਨਾਲ ਦਹਿਸ਼ਤਵਾਦ ਆ, ਇਹ ਸਭ ਦੇ ਵਿਚਾਲੇ ਮਾਣਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜਿਹੜੇ ਸਾਬਕਾ ਜੱਜ ਤੇ ਸਾਬਕਾ ਵਕੀਲ ਨੇ, ਉਹ ਜਸਟਿਸ ਸਾਹਿਬ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ, ਉਹਨਾਂ ਨੂੰ ਚਿੱਠੀ ਲਿਖਦੇ ਨੇ ਕਿ ਇਹਨਾਂ ਹਾਲਾਤਾਂ ਦੇ ਉੱਤੇ ਸੂਮੋਟੋ ਨੋਟਿਸ ਲਿਆ ਜਾਵੇ। ਨਾਲੋਂ ਨਾਲ ਗੱਲ ਪ੍ਰਧਾਨ ਮੰਤਰੀ ਸਾਹਿਬ ਤੱਕ ਵੀ ਚਿੱਠੀਆਂ ਕੱਢੀਆਂ ਜਾ ਰਹੀਆਂ ਨੇ ਕਿ ਮੁਲਕ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ। ਇਹ ਨਾ ਹੋਵੇ ਕਿਤੇ ਇੱਥੇ ਗ੍ਰਹਿ ਯੁੱਧ ਛਿੜ ਜੇ। ਬਿਲਕੁਲ ਠੀਕ ਹੈ ਸੁਖਵਿੰਦਰ ਜੀ, ਤੁਸੀਂ ਤੁਹਾਡੀ ਚਿੰਤਾ ਵੀ ਬੜੀ ਜਾਇਜ਼ ਹੈ। ਹਰੇਕ ਜਿਹੜਾ ਦੇਸ਼ ਭਗਤ ਹੈ ਉਹਦੀ ਇਹ ਚਿੰਤਾ ਜੋ ਤੁਸੀਂ ਵਿਅਕਤ ਕਰੀ ਹੈ। ਅਸਲ ਦੇ ਵਿੱਚ ਚਿੰਤਾ ਇੱਕ ਗੱਲ ਹੈ, ਉਹਦੇ 'ਤੇ ਐਕਸ਼ਨ ਜਿਵੇਂ ਮਾਨਯੋਗ ਜੱਜ ਸਾਹਿਬਾਨ ਜਿਹੜੇ ਰਿਟਾਇਰਡ ਨੇ ਜਾਂ ਜਿਹੜੇ ਵਿਦਵਾਨ ਵਕੀਲ ਨੇ ਉਹਨਾਂ ਨੇ ਲਿਆ ਹੈ, ਉਹ ਸਟੈਂਡ ਇੱਕ ਅਗਲਾ ਸਟੈਪ ਹੈ ਚਿੰਤਾ ਤੋਂ ਗਾਹਾਂ ਦਾ, ਉਹਦਾ ਸਮਾਧਾਨ ਕਰਨ ਦਾ। ਸਮਾਧਾਨ ਵਾਸਤੇ ਜਿਹੜੀਆਂ ਇੱਕ ਹੁੰਦਾ ਆਪੇ ਸਮਾਧਾਨ ਕਰਨਾ, ਇੱਕ ਹੁੰਦਾ ਜਿਹੜੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਹੈ, ਸੰਸਥਾਵਾਂ ਦੀ, ਉਹਨਾਂ ਨੂੰ ਕਹਿਣਾ, ਚਾਹੇ ਉਹਨਾਂ ਨੂੰ ਮਿਹਣੇ ਦੇ ਰੂਪ 'ਚ ਕਿਹਾ ਜਾਵੇ। ਕਿਉਂਕਿ ਸਾਡੇ ਸੱਭਿਆਚਾਰ 'ਚ ਮਿਹਣਾ ਬਹੁਤ ਵੱਡੀ ਗੱਲ ਹੈ। ਬਾਬੇ ਨਾਨਕ ਨੇ ਮਿਹਣਾ ਦਿੱਤਾ ਸੀ, ਇੱਥੇ ਮਾਰ ਪਈ ਕਰਨਾਣੇ ਤੈਂ ਕੀ ਦਰਦ ਨਾ ਆਇਆ। ਇਹ ਮਿਹਣਾ ਹੀ ਸੀ। ਸੋ ਮਿਹਣਾ ਦੇਣਾ ਵੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਉਹਨਾਂ ਨੇ ਮਿਹਣਾ ਦਿੱਤਾ ਹੈ। ਇਸ ਤੋਂ ਵੀ ਅਗਲਾ ਸਟੈਪ ਜਿਹੜਾ ਹੈ, ਅਗਲਾ ਸਟੈਪ ਇਹ ਹੈ ਫਿਰ ਸੰਗਤਾਂ ਨੂੰ ਇਕੱਠੇ ਕਰਨਾ, ਸੰਗਤਾਂ ਨੂੰ ਇਕੱਠੇ ਕਰਨਾ, ਲੋਕਾਂ ਦਾ ਭਾਈਚਾਰਾ ਮੇਨਟੇਨ ਕਰਨਾ ਅਤੇ ਸਭੇ ਸਾਂਝੀ ਬਾਲ ਸਦਾਇਨ ਅਤੇ ਸਭੇ ਸਾਰਿਆਂ ਨੂੰ ਸਾਂਝੀ, ਨਾ ਕੋ ਬੈਰੀ ਨਾ ਹੈ ਬੇਗਾਨਾ ਦਾ ਸੰਦੇਸ਼ ਦੇਣਾ। ਇਕੱਠੇ ਕਰਕੇ ਇਹ ਜਿਹੜੀ ਹਕੂਮਤ ਹੈ, ਜਿਹੜੀ ਹਕੂਮਤ ਕਲਕਾਤੀ ਰਾਜੇ ਕਸਾਈ ਧਰਮ ਪੰਕੜ ਉਰਿਆ ਵਾਲੀ ਹੋ ਗਈ, ਜਿਹੜੀ ਹਕੂਮਤ ਰਾਜੇ ਸਿੰਘ ਮੁਕੱਦਮ ਕੁੱਤੇ, ਜਿਹੜੀ ਹਕੂਮਤ ਇਹੋ ਜਿਹੀ ਹੋ ਜੇ, ਉਸ ਹਕੂਮਤ ਦੇ ਵਿਰੁੱਧ ਜਦ ਲੋਕ ਫਿਰ ਇਕੱਠੇ ਹੁੰਦੇ ਨੇ ਵੀ ਨਹੀਂ ਅਸੀਂ ਆਪਦਾ ਭਾਈਚਾਰਾ ਨਹੀਂ ਟੁੱਟਣ ਦੇਣਾ, ਤੁਸੀਂ ਸਾਡਾ ਭਾਈਚਾਰਾ ਤੋੜ ਕੇ ਸਾਡੇ ਵਿੱਚ ਵੰਡ ਪਾ ਕੇ ਸਾਨੂੰ ਇੱਕ ਦੂਜੇ ਦਾ ਦੁਸ਼ਮਣ ਦੱਸ ਕੇ ਤੁਸੀਂ ਆਪਣਾ ਰਾਜ ਕਾਇਮ ਕਰਨਾ ਚਾਹੁੰਦੇ ਹੋ ਅਤੇ ਸਾਡੀ ਜਾਇਦਾਦ ਹੜੱਪਣੀ ਚਾਹੁੰਦੇ ਹੋ, ਇਹ ਅਸੀਂ ਨਹੀਂ ਹੋਣ ਦਿਆਂਗੇ। ਇਹ ਆ ਵੱਡੀ ਗੱਲ। ਸਾਡਾ ਸੰਵਿਧਾਨ ਵੀ ਇਹੀ ਕਹਿੰਦਾ ਵੀ ਭਾਈਚਾਰਾ ਨਹੀਂ ਟੁੱਟਣ ਦੇਣਾ ਚਾਹੀਦਾ, ਵਿਗਿਆਨਕ ਸੋਚ ਰੱਖਣੀ ਚਾਹੀਦੀ ਹੈ। ਇਹ ਜਿਹੜਾ ਵੀ ਇਹ ਗੱਲ ਕਰਦਾ ਹੈ, ਲੋਕਾਂ ਨੂੰ ਇਕੱਠੇ ਕਰਦਾ, ਕੋਈ ਵਿਗਿਆਨ ਮਤਲਬ ਸੰਵਿਧਾਨ ਦੇ ਹੱਕ 'ਚ ਗੱਲ ਕਰ ਰਿਹਾ ਹੈ, ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰ ਰਿਹਾ ਹੈ। ਵਿਗਿਆਨਕ ਸੋਚ ਦੀ ਜਿਹੜਾ ਗੱਲ ਕਰਦਾ ਹੈ ਵੀ ਭਾਈ ਇਹ ਕਰੋਨਾ ਨਾ ਜਿਹੜੇ ਜਲ ਯਾਤਰਾ ਕਰਕੇ ਜਾਂ ਫਿਰ ਗੋਹਾ ਮਲ ਕੇ ਜਾਂ ਗਊ ਮੂਤਰ ਪੀ ਕੇ ਨਹੀਂ ਠੀਕ ਹੋਣਾ, ਇਹ ਦਵਾਈਆਂ, ਇਹ ਵਿਗਿਆਨ ਨਾਲ ਠੀਕ ਹੋਣਾ, ਟੀਕੇ ਲਗਾਉਣੇ ਨਾਲ ਇਹਦੀ ਰੋਕਥਾਮ ਹੋਣੀ ਆ। ਉਹ ਉਹਨਾਂ ਦੇ ਉੱਤੇ ਇਹ ਆਪਣੇ ਆਪ 'ਚ ਹੀ ਵਿਗਿਆਨ ਦੀ 51 ਇਹ ਹੈ ਜਿਹੜੀ ਉਹਦੀ ਪਾਲਣਾ ਹੈ। ਸੋ ਇਸ ਕਰਕੇ ਸਾਡਾ ਜਿਵੇਂ ਕਹਿੰਦੇ ਨੇ ਵੀ ਜੇ ਜੁਰਮ ਨੂੰ ਤੁਸੀਂ ਨਹੀਂ ਕਰਦੇ, ਜੁਰਮ ਨੂੰ ਦੇਖਣਾ ਵੀ ਓਨਾ ਹੀ ਪਾਪ ਹੈ, ਸਹਿਣਾ ਵੀ ਓਨਾ ਹੀ ਪਾਪ ਹੈ ਜਿੰਨਾ ਜੁਰਮ ਕਰਨਾ। ਸੋ ਇਹ ਜੁਰਮ ਹੋ ਰਿਹਾ ਹੈ, ਇਹਨੂੰ ਕੋਈ ਦੇਖ ਕੇ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਜਵਾਬ ਮੰਗ ਰਹੇ ਨੇ। ਔਰ ਤੁਸੀਂ ਇਹ ਬਹੁਤ ਵਧੀਆ ਯਤਨ ਕਰਿਆ ਹੈ। ਬਹੁਤ ਘੱਟ ਨੇ ਮੈਨੂੰ ਜਿਹੜੇ ਮੈਂ ਸੁਣਦਾ, ਖਾਸ ਕਰਕੇ ਸੋਸ਼ਲ ਮੀਡੀਆ ਹੀ ਰਹਿ ਗਿਆ ਜਿਹਦੇ ਵਿੱਚ ਤੁਹਾਡੇ ਵਰਗੇ ਸੁਹਿਰਦ ਸੱਜਣ ਨੇ ਜਿਹੜੇ ਉਹ ਸਵਾਲ ਉਠਾਉਂਦੇ ਨੇ। ਤੁਸੀਂ ਉਠਾਇਆ, ਹੋਰ ਵੀ ਉਠਾਉਂਦੇ ਨੇ, ਇਹ ਵਧੀਆ ਗੱਲ ਹੈ। ਅੱਜ ਅਸਲ ਕੀ ਹੋ ਰਿਹਾ ਹੈ? ਅੱਜ ਅਸਲ 'ਚ ਦੇਸ਼ ਦੀ ਇਹ ਜਿਹੜੀ ਅਵਸਥਾ ਪੈਦਾ ਕਰੀ ਗਈ ਹੈ, ਇਹ ਪੈਦਾ ਕਰੀ ਗਈ ਹੈ, ਆਪੇ ਨਹੀਂ ਹੋਈ। ਪਹਿਲੀ ਗੱਲ ਇਹ ਜਿੰਨਾ ਚਿਰ ਅਸੀਂ ਇਹ ਨਹੀਂ ਸਮਝਾਂਗੇ ਵੀ ਇਹ ਪੈਦਾ ਕਰੀ ਗਈ ਹੈ, ਆਪੇ ਨਹੀਂ ਬਣੀ, ਲੋਕ ਇੰਨੇ ਮਾੜੇ ਨਹੀਂ ਹੈਗੇ, ਚਾਹੇ ਉਹ ਹਿੰਦੂ ਨੇ, ਚਾਹੇ ਸਿੱਖ ਨੇ, ਚਾਹੇ ਮੁਸਲਮਾਨ ਨੇ, ਚਾਹੇ ਈਸਾਈ ਨੇ, ਅਤੇ ਉਹਨਾਂ ਚਿਰ ਅਸੀਂ ਇਹਦਾ ਸਮਾਧਾਨ ਠੀਕ ਨਹੀਂ ਲੱਭ ਸਕਾਂਗੇ। ਦੂਜਾ, ਜਦ ਤੱਕ ਅਸੀਂ ਇਹ ਨਹੀਂ ਸਮਝਾਂਗੇ ਕਿ ਪੈਦਾ ਕਿਉਂ ਕਰੀ ਜਾ ਰਹੀ ਹੈ, ਸਹੀ ਗੱਲ, ਤਾਂ ਵੀ ਨਹੀਂ ਅਸੀਂ ਇਹਦਾ ਹੱਲ ਲੱਭ ਸਕਾਂਗੇ ਕਿ ਫਿਰ ਇਹਨੂੰ ਪੈਦਾ ਕੌਣ ਕਰ ਰਿਹਾ। ਇਹ ਤਿੰਨੇ ਚੀਜ਼ਾਂ ਦੇਖਣ ਦੀ ਲੋੜ ਹੈ। ਇਹ ਜਿਹੜੀ ਹਾਲਾਤ ਹੈ ਇਹ ਪੈਦਾ ਕਰੀ ਜਾ ਰਹੀ ਹੈ ਇਸ ਵਾਸਤੇ ਕਿ ਜਿਹੜੇ ਸਾਡੇ ਕੁਦਰਤੀ ਸਰੋਤ ਨੇ, ਜਿਨ੍ਹਾਂ ਤੋਂ ਸਾਰੀ ਪੈਦਾਵਾਰ ਹੁੰਦੀ ਹੈ ਦੁਨੀਆ 'ਚ, ਸਾਰਾ ਉਤਪਾਦਨ ਕੁਦਰਤੀ ਸਰੋਤਾਂ ਤੋਂ ਹੁੰਦਾ ਹੈ, ਹੋਰ ਕੁਛ ਕਿਤੋਂ ਨਹੀਂ ਹੋ ਸਕਦਾ। ਜੇ ਤੁਸੀਂ ਬਿਜਲੀ ਵੀ ਬਣਾਉਂਦੇ ਹੋ, ਕਹਿੰਦੇ ਹੋ ਪਾਣੀ ਤੋਂ ਬਣਾਉਣਾ, ਤਾਂ ਪਾਣੀ ਕੁਦਰਤੀ ਸਰੋਤ ਹੈ। ਜੇ ਤੁਸੀਂ ਹਵਾ ਤੋਂ ਬਣਾਉਂਦੇ ਹੋ, ਹਵਾ ਵੀ ਕੁਦਰਤੀ ਸਰੋਤ ਹੈ।
ਸਮੁੰਦਰ ਦੀਆਂ ਲਹਿਰਾਂ ਤੋਂ ਬਣਾਉਣਾ ਉਹ ਵੀ ਕੁਦਰਤੀ ਸਰੋਤ ਹੈ। ਇੱਦਾਂ ਜੇ ਰੋਸ਼ਨੀ ਦੀ ਗੱਲ ਕਰਦੇ ਹੋ ਤੁਸੀਂ, ਸੂਰਜ ਦੀ ਰੋਸ਼ਨੀ ਤੋਂ ਵੀ ਬਿਜਲੀ ਬਣਾਉਂਦੇ ਹੋ, ਰੋਸ਼ਨੀ ਇਟਸੈਲਫ ਹੈ। ਜਿਹੜੇ ਪੌਦੇ ਨੇ, ਪੌਦੇ ਰੋਸ਼ਨੀ ਤੋਂ ਊਰਜਾ ਪੈਦਾ ਕਰਦੇ ਨੇ, ਉਹ ਵੀ ਕੁਦਰਤੀ ਹੈ। ਸੋ ਜਿਹੜੇ ਤੁਹਾਡੇ ਕਾਨਾਂ ਨੇ, ਜਿਹੜੇ ਪਹਾੜ ਨੇ, ਜਿਹੜੇ ਸਮੁੰਦਰ ਨੇ, ਜਿਹੜਾ ਅੰਤਰਿਕਸ਼ ਆ 2G 3G ਆਪਾਂ ਕਹਿੰਦੇ ਆ ਜਿਹੜਾ ਇੰਟਰਨੈਟ ਚੱਲਦੇ ਨੇ, ਜਿਹਦੇ ਉੱਤੇ ਆਪਾਂ ਹੁਣ ਬੈਠੇ ਸਕਾਈਪ ਆਪਣਾ ਚੱਲ ਰਿਹਾ ਹੈ, ਇਹ ਸਾਰਾ ਜਿਹੜਾ ਹੈਗਾ ਇਹ ਕੁਦਰਤੀ ਸਰੋਤ ਨੇ। ਇਹ ਮੈਨ ਨੇ ਤਾਂ ਉਸਦੀ ਤਕਨਾਲੋਜੀ ਬਣਾ ਕੇ, ਮਸ਼ੀਨ ਬਣਾ ਕੇ, ਯੰਤਰ ਬਣਾ ਕੇ ਉਹਨੂੰ ਵਰਤਿਆ ਹੈ। ਇਹ ਕੁਦਰਤੀ ਸਰੋਤ ਲਾਈਨਾਂ ਤਾਂ ਪਹਿਲਾਂ ਵੀ ਚੱਲਦੀਆਂ ਨੇ, ਵੇਵ ਚੱਲਦੀ ਹੈ, ਇਹਨਾਂ ਨੇ ਉਹ ਵੇਵ ਨੂੰ ਆਪਦੇ ਕਾਬੂ ਕਰਕੇ ਸਕਾਈਪ ਦੇ ਵਿੱਚ ਪਾਤਾ ਵੀ ਜਦ ਤੁਸੀਂ ਸਕਾਈਪ ਦਬੋਗੇ ਤੇ ਮੇਰੇ ਇੱਥੇ ਘੰਟੀ ਵੱਜ ਜਾਏਗੀ। ਸੋ ਇਹ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਤੇ ਕਬਜ਼ਾ ਕਰ ਲਿਆ। ਫਿਰ ਉਹਨਾਂ ਨੇ ਆਖਿਆ ਜਿਹੜੇ ਮੈਨ ਮੇਡ ਸਰੋਤ ਨੇ ਇਹਨਾਂ ਤੇ ਵੀ ਕਬਜ਼ਾ ਕਰੀਏ, ਚਾਹੇ ਉਹ ਰੇਲਵੇ ਨੇ, ਚਾਹੇ ਉਹ ਬੰਦਰਗਾਹਾਂ ਨੇ, ਚਾਹੇ ਉਹ ਟੈਲੀਫੋਨ ਹੈ, ਚਾਹੇ ਉਹ LIC ਹੈ, ਜਿੰਨੇ ਵੀ ਤੁਸੀਂ ਸਰੋਤ ਪਾਏ, ਚਾਹੇ ਸਿੱਖਿਆ ਸੰਸਥਾਵਾਂ ਨੇ, ਚਾਹੇ ਸਿਹਤ ਨੇ, ਉੱਤੇ ਕਬਜ਼ਾ ਕਰੀਏ। ਉਸ ਤੋਂ ਬਾਅਦ ਜਦ ਇਹ ਕਬਜ਼ਾ ਹੋ ਗਿਆ, ਫਿਰ ਉਹ ਕਹਿੰਦੇ ਨੇ ਹੁਣ ਜਿਹੜਾ ਵਿਅਕਤੀਗਤ ਲੋਕਾਂ ਕੋਲ ਕੁਛ ਹੈਗਾ, ਚਾਹੇ ਉਹ ਘਰ ਨੇ, ਚਾਹੇ ਉਹ ਛੋਟੀ ਮੋਟੀ ਜ਼ਮੀਨ ਹੈ, ਚਾਹੇ ਛੋਟੀਆਂ ਮੋਟੀਆਂ ਦੁਕਾਨਾਂ ਨੇ, ਚਾਹੇ ਛੋਟੀਆਂ ਮੋਟੀਆਂ ਫੈਕਟਰੀਆਂ ਨੇ, ਚਾਹੇ ਛੋਟਾ ਮੋਟਾ ਵਪਾਰ ਹੈ, ਹੁਣ ਅਸੀਂ ਉਹਦੇ ਉੱਤੇ ਵੀ ਕਬਜ਼ਾ ਕਰੀਏ। ਇਹ ਕਬਜ਼ਾ ਕਰਨ ਦੀ ਕਾਰਨ, ਕਬਜ਼ੇ ਦੀ ਦੌੜ ਕੁਝ ਘਰਾਣੇ ਕਰਨਾ ਚਾਹੁੰਦੇ ਨੇ, ਸਰਮਾਏਦਾਰ ਕਬਜ਼ੇ ਦੀ ਦੌੜ ਕਰਕੇ, ਕਬਜ਼ਾ ਕਰਕੇ ਇੱਥੇ ਰਾਜ ਕਰਨਾ ਚਾਹੁੰਦੇ ਨੇ। ਇਸ ਕਰਕੇ ਇਹ ਲੋਕਾਂ ਨੂੰ ਕਬਜ਼ਾ ਕਰਨ ਵਾਸਤੇ, ਜਦ ਇਹ ਕਬਜ਼ਾ ਇੰਨਾ ਜ਼ਿਆਦਾ ਕਰਨਗੇ, ਲੋਕ ਨਿਹੱਥੇ ਹੋਣਗੇ, ਲੋਕ ਬੇਰੁਜ਼ਗਾਰ ਹੋਣਗੇ, ਲੋਕ ਇਹਨਾਂ ਦੇ ਗੁਲਾਮ ਬਣ ਕੇ ਨੌਕਰ ਬਣਨਗੇ। ਜਿਹੜੇ ਅੱਜ ਮਾਲਕ ਨੇ, ਕਿੰਨੇ ਲੋਕ ਮਾਲਕ ਨੇ, ਦੁਕਾਨਾਂ ਦੇ ਮਾਲਕ ਨੇ, ਕੋਈ ਮੀਡੀਆ ਦਾ ਮਾਲਕ ਹੈ ਛੋਟਾ ਮੋਟਾ ਵੀ, ਤੇ ਕੋਈ ਆਪਣੇ ਜ਼ਮੀਨ ਦਾ ਮਾਲਕ ਹੈ, ਕੋਈ ਕੁਝ ਖੂਹ ਲਾਇਆ, ਕੋਈ ਆਪਣੇ ਘੋੜੇ ਦਾ ਮਾਲਕ ਹੈ, ਕੋਈ ਆਪਣੇ ਖੱਚਰ ਦਾ ਮਾਲਕ ਹੈ, ਕੋਈ ਰੇੜੇ ਦਾ ਮਾਲਕ ਹੈ, ਕੋਈ ਰਿਕਸ਼ੇ ਦਾ ਮਾਲਕ ਹੈ। ਇਹ ਸਾਰੇ ਮਾਲਕ ਨਾ ਰਹਿਣ, ਇਹ ਸਾਰੇ ਕਰਿੰਦੇ ਬਣ ਜਾਣ, ਇਹ ਗੁਲਾਮ ਬਣ ਜਾਣ। ਜਿਹੜੀ ਇਹ ਦੌੜ ਹੈ, ਇਸ ਦੌੜ ਦੇ ਵਿੱਚ, ਇਸ ਦੇ ਵਾਸਤੇ ਸਰਮਾਏਦਾਰ ਸਾਰਾ ਕੁਝ ਆਪਣੇ ਕੋਲ ਕਬਜ਼ੇ 'ਚ ਕਰਕੇ ਜਦ ਕਰਿੰਦੇ ਬਣਾਉਣਾ ਚਾਹੁੰਦਾ ਹੈ, ਤਾਂ ਜਿਹੜੇ ਇਹਦੇ ਵਿੱਚ ਨੁਕਸਾਨ ਉਠਾਉਣਗੇ, ਜਿਨ੍ਹਾਂ ਦਾ ਵਪਾਰ ਜਾਏਗਾ, ਜਿਨ੍ਹਾਂ ਦੀ ਜ਼ਮੀਨ ਜਾਏਗੀ, ਜਿਨ੍ਹਾਂ ਦਾ ਰੁਜ਼ਗਾਰ ਜਾਏਗਾ, ਸਿੱਖਿਆ ਸਿਹਤ ਜਾਏਗੀ, ਉਹ ਸਾਰੇ ਲੋਕ ਇਹਨਾਂ ਦੇ ਗਲ ਪੈਣਗੇ ਸਰਕਾਰ ਦੇ। ਕਿਉਂਕਿ ਸਾਡੇ ਸਾਹਮਣੇ ਸਰਕਾਰ, ਸਾਡੇ ਸਾਹਮਣੇ ਅੰਬਾਨੀ ਅਡਾਨੀ ਤਾਂ ਹੁਣ ਕਿਸਾਨਾਂ ਨੇ ਫੋਕਸ ਕਰਦੇ ਨਹੀਂ, ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਅੰਬਾਨੀ ਅਡਾਨੀ ਜਾਂ ਕਾਰਪੋਰੇਟ ਵੀ ਕੋਈ ਚੀਜ਼ ਹੈ, ਸਰਮਾਏਦਾਰ ਵੀ ਕੋਈ ਚੀਜ਼ ਹੈ। ਸੋ ਇਹ ਜਦ ਲੋਕ ਸਰਕਾਰ ਦੇ ਗਲ ਪੈਣਗੇ, ਤਾਂ ਸਰਕਾਰ ਚਾਹੁੰਦੀ ਹੈ ਵੀ ਸਾਡੇ ਗਲ ਪੈਣ ਦੀ ਬਜਾਏ ਤੁਸੀਂ ਆਪਸ ਵਿੱਚ ਗਲ ਪਾਵੋ। ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਇਹ ਇਸ ਕਰਕੇ ਨਹੀਂ ਹੈਗੀਆਂ ਕਿ ਅਸੀਂ ਸਭ ਕੁਝ ਸਰਮਾਏਦਾਰ ਨੂੰ ਫੜਾਉਣਾ ਚਾਹੁੰਦੇ ਹਾਂ, ਇਹ ਇਸ ਕਰਕੇ ਨੇ ਕਿ ਆਹ ਮੁਸਲਮਾਨਾਂ ਦੇ ਜਵਾਕ ਬੜੇ ਹੋ ਰਹੇ ਨੇ, 8-8 ਜਵਾਕ ਜੰਮੀ ਜਾਂਦੇ ਨੇ, ਇਹ ਤਾਂ 4-4 ਵਿਆਹ ਕਰਾ ਲੈਂਦੇ ਨੇ, ਇਹ ਗੰਦੇ ਰਹਿੰਦੇ ਨੇ। ਇਹਨਾਂ ਦੇ ਗੰਦੇ ਰਹਿਣ ਕਰਕੇ ਤੁਹਾਨੂੰ ਬਿਮਾਰੀਆਂ ਪੈਦਾ ਹੋ ਰਹੀਆਂ ਨੇ, ਇਹਨਾਂ ਦੇ ਜ਼ਿਆਦਾ ਬੱਚੇ ਹੋਣ ਕਰਕੇ ਇੱਥੇ ਭੁੱਖਮਰੀ ਹੈ, ਇਹਨਾਂ ਦੇ ਜ਼ਿਆਦਾ ਬੱਚੇ ਹੋਣ ਕਰਕੇ ਇੱਥੇ ਜਿਹੜਾ ਕ੍ਰਾਈਮ ਹੈ, ਇਹਨਾਂ ਦੇ ਜ਼ਿਆਦਾ ਬੱਚੇ ਹੋਣ ਕਰਕੇ ਤੁਹਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਆਹ ਸ਼ੈਡਿਊਲਡ ਕਾਸਟ ਨੇ, ਇਹ ਰਿਜ਼ਰਵੇਸ਼ਨ 'ਚ ਸਾਰਾ ਕੁਝ ਲਈ ਜਾਂਦੇ ਨੇ, ਇਸ ਕਰਕੇ ਤੁਹਾਨੂੰ ਨੌਕਰੀਆਂ ਨਹੀਂ ਮਿਲਦੀਆਂ। ਸੋ ਇਹ ਜਿਹੜਾ ਸਾਰਾ ਆ ਜਿਹੜੇ ਜੰਗਲਾਤ ਦੇ ਵਿੱਚ ਬਨਵਾਸੀ ਬੈਠੇ ਨੇ, ਟਰਾਈਬਲ ਲੋਕ, ਕਬੀਲੇ, ਇਹ ਬਨਵਾਸੀ ਵਿਕਾਸ ਨਹੀਂ ਕਰਨ ਨੂੰ ਤਿਆਰ, ਕੋਈ ਨਵੀਂ ਚੀਜ਼ ਸਿੱਖਣ ਨੂੰ ਤਿਆਰ ਨਹੀਂ। ਅਸੀਂ ਚਾਹੁੰਦੇ ਹਾਂ ਜੰਗਲਾਂ ਨੂੰ ਵੱਢ ਕੇ ਇਹਨਾਂ ਦੇ ਥੱਲਿਓਂ ਕਾਨਾ, ਇਹਨਾਂ ਦੇ ਥੱਲਿਓਂ ਜਿਪਸਮ, ਇਹਨਾਂ ਦੇ ਥੱਲਿਓਂ ਅਲਮੀਨੀਅਮ ਇਹ ਕੱਢ ਕੇ ਅਸੀਂ ਤੁਹਾਡਾ ਵਿਕਾਸ ਕਰੀਏ, ਸਾਨੂੰ ਕਰਨ ਨਹੀਂ ਦਿੰਦੇ। ਇਹ ਕਹਿੰਦੇ ਨੇ ਵੀ ਤੁਹਾਡਾ ਪਾਣੀ ਰੋਕ ਕੇ ਅਸੀਂ ਆਪਦੇ ਡੈਮ ਬਣਾ ਕੇ, ਪ੍ਰਾਈਵੇਟ ਡੈਮ ਬਣਾ ਕੇ ਅਸੀਂ ਤੁਹਾਨੂੰ ਬਿਜਲੀ ਪੈਦਾ ਕਰਕੇ ਦੇਣਾ ਚਾਹੁੰਦੇ ਹਾਂ, ਇਹ ਸਾਨੂੰ ਕਰਨ ਨਹੀਂ ਦਿੰਦੇ। ਇਹ ਤਰੀਕਾ, ਉਹਦੇ ਵਿੱਚ ਸੜਕਾਂ ਚੌੜੀਆਂ ਕਰਨਾ ਚਾਹੁੰਦੇ ਹਾਂ, ਅਸੀਂ ਵੱਡੇ ਪੁਲ ਬਣਾਉਣਾ ਚਾਹੁੰਦੇ ਹਾਂ, ਇਹ ਕਿਸਾਨ ਸਾਨੂੰ ਜ਼ਮੀਨ ਹੀ ਨਹੀਂ ਲੈਣ ਦਿੰਦਾ, ਅਸੀਂ ਤਾਂ ਕੋਡੀਆਂ ਦੇ ਭਾਅ ਅਸੀਂ ਜੇ ਇੰਨੀ ਮਹਿੰਗੀ ਲਵਾਂਗੇ ਤਾਂ। ਸੋ ਇਹ ਜਿਹੜਾ ਸਾਰਾ ਕੁਛ ਹੈ, ਇਹ ਉਹਨਾਂ ਲੋਕਾਂ ਦੇ ਮਿਨੋਰਟੀਜ਼ ਦੇ ਗਲ ਪਾਉਣਾ ਚਾਹੁੰਦੇ ਨੇ, ਕਿਉਂਕਿ ਮੈਜੋਰਟੀ ਨੂੰ ਨਹੀਂ ਅਜੇ ਕੁਝ ਕਹਿਣਾ ਚਾਹੁੰਦੇ। ਪਰ ਜਿਹੜੀ ਮੈਜੋਰਟੀ ਹੈ 80% ਜਿਹੜੇ ਕਰੋ, 75% ਕਰੋ ਜਿਹੜੇ ਹਿੰਦੂ ਨੇ, 80 ਨੇ, ਜਿਹੜੇ ਹਿੰਦੂ ਕਿਹੜਾ ਸੌਖੇ ਨੇ, ਹਿੰਦੂਆਂ ਦਾ ਵੀ ਰੁਜ਼ਗਾਰ ਜੇ 1/4 ਬਾਕੀ ਮਿਨੋਰਟੀ ਨੇ, 1/5 ਤੇ ਹਰ 5 ਬੰਦੇ ਦੇ ਪਿੱਛੇ 4 ਹਿੰਦੂ ਨੇ, ਉਹਨਾਂ 4 ਚੋਂ 3 ਦਾ ਰੁਜ਼ਗਾਰ ਖੁੱਸ ਰਿਹਾ, 3 ਦਾ ਵਪਾਰ ਖੁੱਸ ਰਿਹਾ, 3 ਦੀ ਦੁਕਾਨ ਬੰਦ ਹੋ ਰਹੀ ਹੈ, 3 ਨੂੰ ਬਿਮਾਰ ਹੋਏ ਨੂੰ ਇਲਾਜ ਨਹੀਂ ਮਿਲ ਰਿਹਾ, 3 ਦੇ ਬੱਚੇ ਨਹੀਂ ਪੜ੍ਹ ਰਹੇ, 3 ਨੂੰ ਘਰ ਨਹੀਂ ਮਿਲ ਰਿਹਾ। ਸੋ ਹਿੰਦੂਆਂ ਨੂੰ ਵੀ ਕੁਝ ਨਹੀਂ ਮਿਲਦਾ ਇਹਦੇ 'ਚ। ਇਹ ਭੁਲੇਖੇ ਨਾਲ ਨਾ ਉਹਨਾਂ ਦੇ ਮਨ 'ਚ ਵੀ ਇੱਕ ਫਤੂਰ ਭਰਿਆ ਜਾ ਰਿਹਾ। ਜਿੰਨੇ ਕਰੋਨਾ 'ਚ ਬਾਹਰ ਗਏ, ਉਹ ਜਿਹੜੇ ਮਰੇ ਰਸਤੇ 'ਚ, ਜਿਹੜੇ ਰੇਲ ਥੱਲੇ ਆ ਕੇ ਮਰੇ, ਉਹ ਸਿੱਖ ਨਹੀਂ ਮਰੇ, ਮੁਸਲਮਾਨ ਨਹੀਂ ਬਹੁਤੇ ਮਰੇ, ਉਹ ਹਿੰਦੂ ਹੀ ਸੀਗੇ ਜ਼ਿਆਦਾ। ਸੋ ਇਸ ਕਰਕੇ ਇਹ ਜਿਹੜਾ ਪੈਦਾ ਕਰਿਆ ਜਾ ਰਿਹਾ ਹੈ, ਇਹ ਇਸ ਵਾਸਤੇ ਕਰਿਆ ਜਾ ਰਿਹਾ ਕਿ ਲੋਕ ਇੱਕ ਦੂਜੇ ਦੇ ਗਲ ਪੈਣ, ਸਾਡੇ ਗਲ ਨਾ ਪੈਣ। ਉਹਦੇ ਨਾਲ ਅੱਜ ਕਈ ਵਾਰੀ ਜਿਵੇਂ ਇੱਕ ਜਵਾਕ ਅੱਗ ਨਾਲ ਖੇਡਦਾ, ਉਹਨੂੰ ਅੱਗ ਸੋਹਣੀ ਲੱਗਦੀ ਹੈ ਪਹਿਲਾਂ, ਪਰ ਉਹਨੂੰ ਪਤਾ ਨਹੀਂ ਵੀ ਮੈਂ ਇਹ ਸੜ ਜਾਣਾ। ਉਹ ਅੱਗ ਨੂੰ ਇੰਜੋਏ ਕਰਦਾ, ਉਹ ਦੇਖਦੇ ਨਹੀਂ ਵੀ ਦੂਜੇ ਦੇ ਅੱਗ ਲੱਗ ਰਹੀ ਹੈ। ਜਦ ਉਹਦੇ ਚੋਂ ਚਿੰਗਾਰੀ ਨਿਕਲਦੀ ਹੈ, ਦੂਜੇ ਦੇ ਲੱਗਦੀ ਹੈ, ਫਿਰ ਤਾਂ ਉਹਦਾ ਹਾਲ ਹੁੰਦਾ ਅਮੀਰ ਆਦਮੀ ਦਾ ਵੀ ਚਿੜੀਆਂ ਦਾ ਮਰਨ ਤੇ ਗਵਾਰਾਂ ਦਾ ਹਾਸਾ, ਉਦੋਂ ਤੋਂ ਹੱਸਦਾ।
ਜਦ ਉਹੀ ਚਿੰਗਾਰੀ ਉਹਦੇ ਉੱਤੇ ਵੀ ਗਿਰਨੀ ਹੈ, ਕਿਉਂਕਿ ਦੂਜੇ ਨੂੰ ਸਾੜ ਕੇ ਉਹਦੇ ਉੱਤੇ ਵੀ ਗਿਰੂਗੀ, ਉਦੋਂ ਉਹਨੂੰ ਨਾਨੀ ਯਾਦ ਆ ਜਾਂਦੀ ਹੈ। ਉਦੋਂ ਫਿਰ ਕਹਿੰਦੇ ਅੱਬ ਪਛਤਾਏ ਕਿਆ ਹੋਤ, ਜਦ ਚਿੜੀਆਂ ਚੁਗਿਆ ਖੇਤ, ਉਦੋਂ ਨੂੰ ਵਕਤ ਇੰਨਾ ਬੀਤ ਚੁੱਕਿਆ ਹੁੰਦਾ ਕਿ ਉਹਦੇ ਵੱਸ 'ਚ ਕੁਝ ਨਹੀਂ ਰਹਿੰਦਾ। ਸੋ ਅੱਜ ਸਾਡੇ ਦੇਸ਼ ਦੇ ਵਿੱਚ ਸਾਡੇ ਹੁਕਮਰਾਨ ਜਿਹੜੇ ਭਾਈਚਾਰੇ ਨਾਲ, ਜਿਹੜੇ ਵਿਗਿਆਨਕ ਸੋਚ ਨਾਲ, ਜਿਹੜੇ ਏਕੇ ਨਾਲ ਰਾਜ ਕਰਨਾ ਸੀ, ਜਿਹਦੇ ਨਾਲ ਲੋਕ ਜ਼ਿਆਦਾ ਖੁਸ਼ਹਾਲ ਹੋਣ, ਹਰ ਇੱਕ ਬੰਦਾ ਆਪਦੀ ਕਿਰਤ ਕਰੇ, ਕਿਰਤ ਕਰਕੇ ਉਹ ਤੋਂ ਘਾਲ ਖਾਏ ਕੇ ਛੱਤੋਂ ਦੇ, ਨਾਨਕ ਰਾਹ ਪਛਾਣੇ ਸੇ ਵਾਲਾ ਗੱਲ ਕਰੇ, ਜਿਹੜਾ ਸ਼ਾਂਤੀ ਨਾਲ ਰਹੇ, ਆਪਦੇ ਬੱਚਿਆਂ ਦੀ ਗਿਆਨ ਵਧਾ ਸਕੇ, ਉਹਨਾਂ ਨੂੰ ਵਿਦਵਾਨ ਬਣਾ ਸਕੇ, ਬਿਮਾਰ ਹੋਣ 'ਤੇ ਇਲਾਜ ਕਰ ਸਕੇ, ਛੋਟਾ ਮੋਟਾ ਉਹਦੇ ਕੋਲ ਘਰ ਹੋਵੇ, ਰਹਿਣ ਨੂੰ ਕੁੱਡੀ ਹੋਵੇ, ਕੁੱਡੀ ਗੁੱਡੀ ਜੁੱਡੀ ਜਿਵੇਂ ਆਪਾਂ ਕਹਿੰਦੇ ਹਾਂ, ਖਾਣ ਨੂੰ ਭੋਜਨ ਹੋਵੇ। ਇਹ ਜਿਹੜਾ ਤੌਰ ਤਰੀਕਾ ਹੈ, ਇਹਦੇ ਵਾਸਤੇ ਫਿਰ ਲੋਕ ਡਟਣਗੇ, ਹੋਰ ਕੋਈ ਤਰੀਕਾ ਨਹੀਂ, ਕਿਉਂਕਿ ਕਹਿੰਦੇ ਅਸੀਂ ਤੁਹਾਨੂੰ ਇਹ ਦੇਣਾ ਨਹੀਂ। ਨਾ ਦੇਣ ਦਾ ਸਬੂਤ ਕੀ ਹੈ? ਲੋਕਾਂ ਨੂੰ ਲੱਗੂ ਨਹੀਂ ਜੀ ਐਵੇਂ ਤੁਸੀਂ ਕਹੀ ਜਾਂਦੇ ਹੋ, ਸਿੱਖ ਵੀ ਤਾਂ ਮਿਨੋਰਟੀ ਨੇ, ਇਹਨਾਂ ਨੂੰ ਕੌਣ ਕੁਛ ਕਹਿੰਦਾ ਹੈ, ਇਹ ਤਾਂ ਸਾਰੇ ਬੜੇ ਖੁਸ਼ਹਾਲ ਨੇ। ਪੰਜਾਬ ਦੇ ਵਿੱਚ ਤੁਸੀਂ ਮੰਨੋਗੇ ਵੀ 99% ਬੱਚੇ 6 ਤੋਂ 23 ਮਹੀਨਿਆਂ ਦਿਆਂ ਨੂੰ ਲੋੜ ਅਨੁਸਾਰ ਭੋਜਨ ਨਹੀਂ ਮਿਲਦਾ। ਪੰਜਾਬ ਦੇ 99% ਬੱਚਿਆਂ ਨੂੰ। ਉਹਦੇ 'ਚ ਬੱਚੇ ਫਿਰ 99% ਤਾਂ ਹਿੰਦੂ ਵੀ ਬਥੇਰੇ ਨੇ, ਇਕੱਲੇ ਸਿੱਖ ਤਾਂ ਨਹੀਂ। ਇੱਦਾਂ ਹੀ 71% ਬੱਚੇ ਨੇ ਜਿਹੜੇ, ਉਹਨਾਂ ਨੂੰ ਜਿਹੜਾ ਹੈ ਆਪਣਾ ਅਨੀਮੀਆ, ਖੂਨ ਦੀ ਕਮੀ ਹੈ 71% ਬੱਚਿਆਂ ਨੂੰ। 63% ਜਿਹੜੀਆਂ ਮੁਟਿਆਰਾਂ ਨੇ, ਜਿਹਨੂੰ ਆਪਾਂ ਕਹਿੰਦੇ ਹਾਂ, ਕਹਿ ਲਓ 14 ਸਾਲ ਤੋਂ ਲੈ ਕੇ ਟੀਨਏਜਰਸ ਜਿਹੜੀਆਂ ਨੇ 12 ਤੋਂ 19 ਤੱਕ, 13 ਤੋਂ ਲੈ ਕੇ 19 ਤੱਕ, ਉਹਦੇ ਵਿੱਚ 63% 'ਚ ਖੂਨ ਦੀ ਕਮੀ ਹੈ। ਪੰਜਾਬ 'ਚ 30% ਜਿਹੜੇ ਲੜਕੇ ਨੇ ਗੱਭਰੂ, ਗਭਰੇਟ 13 ਤੋਂ 19 ਤੱਕ, ਉਹਨਾਂ 'ਚ ਖੂਨ ਦੀ ਕਮੀ ਹੈ। ਜੇ ਪੰਜਾਬ ਵਰਗੇ ਸੂਬੇ 'ਚ ਜਿੱਥੇ ਦਗਦੇ ਚਿਹਰੇ ਹੁੰਦੇ ਸੀ, ਜਿੱਥੇ ਡੌਲੇ ਫਰਕਦੇ ਸੀ, ਉੱਥੇ ਬੇਪਰਵਾਹ ਨੌਜਵਾਨ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਦੇ ਸੀ, ਉੱਥੇ ਜੇ ਸੁਖਵਿੰਦਰ ਜੀ ਇਹ ਹਾਲ ਹੋ ਗਿਆ, ਇੰਨੀ ਕਮਜ਼ੋਰੀ ਹੋ ਗਈ, ਇੰਨੀ ਖੂਨ ਦੀ ਕਮੀ ਹੈ, ਉਹ ਡਰਨਗੇ ਕੀ? ਸੋ ਇਸ ਕਰਕੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਦੇਸ਼ ਦੇ ਹਾਲਾਤ ਜਿਹੜੇ ਨੇ ਅਜੇ, ਇਹ ਕਈ ਜਗ੍ਹਾ ਤੇ ਤਾਂ ਥੱਲੇ ਸੁਲਗ ਰਹੀ ਹੈ, ਕਈ ਜਗ੍ਹਾ ਤੇ ਉੱਤੇ ਭਾਂਬੜ ਬਣ ਰਹੇ ਨੇ। ਜਿੱਥੇ ਉਹ ਭਾਂਬੜ ਚਾਹੇ ਕਸ਼ਮੀਰ 'ਚ ਬਣ ਰਹੇ ਨੇ, ਚਾਹੇ ਯੂਪੀ 'ਚ ਬਣ ਰਹੇ ਨੇ, ਉਹ ਅੱਗ ਸਾਨੂੰ ਵੀ ਲੱਗਣੀ ਹੈ। ਆਹ ਹੁਣੀ ਹਿਮਾਚਲ ਦੇ ਵਿੱਚ ਬੜਾ ਨਿਊਜ਼ੇ ਦੇ, ਚਲਗੋਜ਼ਾ ਜਿਹਨੂੰ ਕਹਿੰਦੇ ਨੇ, ਨਿਊਜ਼ੇ ਦੇ ਜੰਗਲ ਸੜ ਗਿਆ, ਅੱਗ ਲੱਗ ਗਈ ਉੱਥੇ, ਕਿਉਂਕਿ ਇਹਨਾਂ ਨੇ ਸਾਰਿਆਂ ਨੇ ਉੱਥੇ ਪੁਲ ਪੜ ਬਣਾ ਕੇ ਉੱਥੇ ਤਾਰਾਂ ਤੂਰਾਂ ਵਿਛਾਤੀਆਂ, ਉਹ ਕਿਤੇ ਚੰਗਾੜੀ ਨਿਕਲੀ ਹੋਣੀਆਂ, ਉਹ ਸੁੱਕੇ ਹੁੰਦੇ ਨੇ ਦਰਖਤ, ਉੱਥੇ ਅੱਗ ਲੱਗੀ ਆ। ਪਰਸੋਂ ਹੀ ਮੈਂ ਦੇਖ ਰਿਹਾ ਸੀ ਕਿੰਨਾ ਵੱਡਾ ਮੰਜ਼ਰ ਉੱਥੇ ਪੈਦਾ ਕਰਤਾ। ਔਰ ਉੱਥੇ ਜਿਹੜੇ ਬੰਦੇ ਬੜੀ ਸੇਵਾ ਕਰ ਰਹੇ ਸੀ, ਉਹਨਾਂ ਨੇ ਇਹ ਸਾਰੀ ਪਾਈ ਹੈ ਵੀਡੀਓ ਆਪਦੀ, ਵੀ ਕੀ ਹੋਇਆ ਹੋਇਆ ਇੱਥੇ, ਕੀ ਹੋ ਰਿਹਾ ਸਾਡੇ ਨਾਲ, ਜਿਨ੍ਹਾਂ ਨੂੰ ਤੁਰਨਾ ਫਿਰਨਾ ਵੀ ਔਖਾ ਹੋਇਆ ਪਿਆ। ਸੋ ਇਸ ਕਰਕੇ ਅੱਜ ਦੇਸ਼ ਦੀ ਤੁਸੀਂ ਜਾਇਜ਼ ਜ਼ਾਹਰ ਕਰੀਏ ਚਿੰਤਾ, ਪਰ ਉਦੋਂ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਹੈ ਵੀ ਇੱਕ ਪਾਸੇ ਲੋਕ ਲਿਖ ਰਹੇ ਨੇ ਚਿੱਠੀਆਂ, ਲੋਕ ਉੱਠ ਰਹੇ ਨੇ, ਪਰ ਦੂਜੇ ਪਾਸੇ ਜਿਹੜਾ ਹੁਕਮਰਾਨ ਹੈ ਉਹ ਇਸ ਪਾਸੇ ਨੂੰ ਤੁਰਿਆ ਵੀ ਸਾਰੀਆਂ ਸੰਸਥਾਵਾਂ ਨੂੰ ਤੋੜ ਦਿਓ। ਜਿਹੜਾ ਕੋਈ ਬੋਲਦਾ ਹੈ, ਉਹ ਸੰਸਥਾ ਦੀ ਦੁਰਉਪਯੋਗ ਕਰਕੇ ਉਹਨੂੰ ਦਬਾਓ, ਉਹਤੇ ਝੂਠਾ ਕੇਸ ਬਣਾਓ, ਚਾਹੇ ਉਹਨੂੰ ਫੜ ਕੇ ਜੇਲ੍ਹ 'ਚ ਪਾ ਦਿਓ, ਉਹਦੇ ਉੱਤੇ ਕਿਸੇ ਤੋਂ ਸ਼ਿਕਾਇਤ ਕਰਾ ਦਿਓ ਕਿ ਜੀ ਇਹਨੇ ਮੇਰੀ ਸੋਚ ਨੂੰ ਸੱਟ ਮਾਰੀ ਹੈ, ਮੇਰੇ ਵਿਸ਼ਵਾਸ ਨੂੰ ਸੱਟ ਮਾਰੀ ਹੈ। ਕਹਿਣਾ ਤਾਂ ਕੋਈ ਔਖਾ ਕੰਮ ਨਹੀਂ, ਜਿਹੜਾ ਮਰਜ਼ੀ ਕਹਦੇ ਮੇਰੇ ਵਿਸ਼ਵਾਸ ਨੂੰ ਸੱਟ ਮਾਰੀ ਹੈ। ਮੈਨੂੰ ਤਾਂ ਇਹ ਡਰ ਹੈ ਵੀ ਕੱਲ ਨੂੰ ਜਿੱਦੇ ਕੋਈ ਬੰਦਾ ਇਹ ਕਹਿਣ ਲੱਗ ਗਿਆ ਕਿ ਜੀ ਮੋਦੀ ਸਾਹਿਬ ਨੇ ਗਲਤ ਕਰਿਆ ਹੈ, ਜਾਂ ਅਮਿਤ ਸ਼ਾਹ ਜੀ ਨੇ ਗਲਤ ਕਰਿਆ, ਜਾਂ ਭਗਵੰਤ ਮਾਨ ਨੇ ਗਲਤ ਕਰਿਆ, ਜਾਂ ਕੇਜਰੀਵਾਲ ਨੇ ਗਲਤ ਕਰਿਆ ਹੈ, ਕਿ ਜੀ ਇਹਨਾਂ ਦੇ ਚਿਰਲੇ ਚੱਟ ਕੇ ਇਹ ਨਾ ਕਹਿ ਦੇਣ ਜੀ ਮੇਰੇ ਮਨ ਨੂੰ ਤਾਂ ਸੱਟ ਹੀ ਬੜੀ ਲੱਗੀ ਹੈ, ਇਹ ਤਾਂ ਬੰਦੇ ਬੜੇ ਦੇਵਤੇ ਨੇ, ਇਹ ਤਾਂ ਰੱਬ ਤੋਂ ਉਤਰੇ ਹੋਏ ਨੇ, ਇਸ ਕਰਕੇ ਕੇਸ ਰਜਿਸਟਰ ਕਰੋ, ਇਹਨੇ ਮੇਰੇ ਮਨ ਨੂੰ ਸੱਟ ਮਾਰੀ ਹੈ। ਕਿਉਂਕਿ ਸੱਟ ਤਾਂ ਕਿਸੇ ਵੀ ਮਨ ਨੂੰ ਵੱਜ ਸਕਦੀ ਹੈ ਨਾ ਫਿਰ। ਸੋ ਇਹ ਜਿਹੜਾ ਤੌਰ ਤਰੀਕਾ ਸਾਡੇ ਸਮਾਜ 'ਚ ਆ ਗਿਆ, ਇਹਨੂੰ ਬਦਲਣਾ ਪਏਗਾ। ਸੱਚ ਨੂੰ ਸੱਚ ਕਹਿਣਾ ਪਏਗਾ, ਮੂੰਹ ਖੋਲ੍ਹਣਾ ਪਏਗਾ। ਤੇ ਜਦ ਅੱਤ ਹੋ ਜਾਂਦੀ ਹੈ, ਤਾਂ ਬੋਲਣਾ ਪੈਂਦਾ ਹੈ। ਅੱਤ ਨਾ ਬਹੁਤਾ ਬੋਲਣਾ, ਅੱਤ ਨਾ ਬਹੁਤੀ ਚੁੱਪ, ਅੱਤ ਨਾ ਬਹੁਤਾ ਵਰਤਣਾ, ਅੱਤ ਨਾ ਬਹੁਤੀ ਧੁੱਪ। ਅੱਤ ਹਰੇਕ ਚੀਜ਼ ਦੀ ਮਾੜੀ ਹੁੰਦੀ ਹੈ। ਅੱਜ ਸਾਡੇ ਹੁਕਮਰਾਨਾਂ ਨੇ ਇਹ ਭੁੱਲ ਕੇ ਕਿ ਇਹਨਾਂ ਨੇ ਹੁਕਮਰਾਨ ਵੀ ਨਹੀਂ ਰਹਿਣਾ, ਜੇ ਦੇਸ਼ ਹੀ ਨਾ ਰਿਹਾ ਤੇ ਹੁਕਮਰਾਨ ਕਿੱਥੋਂ ਰਹਿਣਗੇ? ਜੇ ਤੁਸੀਂ 20 ਕਰੋੜ 25 ਕਰੋੜ ਲੋਕਾਂ ਨੂੰ, ਜਿਹੜੀ ਮਿਨੋਰਟੀ ਆ 25 ਕਰੋੜ ਤਾਂ ਹੈਗੀ ਨੇ ਸਾਰੇ ਰਲਾ ਕੇ, ਜੇ ਤੁਸੀਂ 25 ਕਰੋੜ ਲੋਕਾਂ ਨੂੰ ਐ ਤੰਗ ਕਰੋਗੇ, ਤੁਹਾਡੇ ਖਿਆਲ 'ਚ 25 ਕਰੋੜ ਜਿਹੜੇ ਨੇ ਉਹ ਗਾਜਰ ਮੁੜੀ ਨੇ? ਫਿਰ ਤੁਸੀਂ ਖਾਨਾ ਜੰਗੀ, ਜੋ ਤੁਸੀਂ ਕਿਹਾ, ਤੁਸੀਂ ਖਾਨਾ ਜੰਗੀ ਸ਼ੁਰੂ ਕਰਾਉਣਾ ਚਾਹੁੰਦੇ ਹੋ। ਤੁਸੀਂ ਲੋਕਾਂ ਨੂੰ ਆਪਸ ਵਿੱਚ ਇੱਕ ਦੂਜੇ ਤੇ ਤੁਸੀਂ 47 ਪੈਦਾ ਕਰਨਾ ਚਾਹੁੰਦੇ ਹੋ ਮੁੜ ਕੇ, ਪਰ ਇਹ ਕਰਨਾ ਚਾਹੁੰਦੇ ਨੇ। ਕੋਈ ਕਹੂਗਾ ਲੈ ਇਹ ਵੱਡਾ ਵਿਦਵਾਨ ਕਹਿੰਦਾ ਆਪਦੇ ਆਪ ਨੂੰ, ਜਾਂ ਵੱਡਾ ਕਹਿੰਦਾ ਹੈ, ਇਹਨੂੰ ਕੀ ਪਤਾ ਕਰਨਾ ਚਾਹੁੰਦੇ ਨੇ? ਕੌਣ ਕਹਿੰਦਾ ਵੀ ਇਹ ਕਰਨਾ ਚਾਹੁੰਦੇ ਨੇ? ਕੋਈ ਕਹਿ ਸਕਦਾ, ਇਹ ਸਵਾਲ ਕਰ ਸਕਦਾ, ਤੁਸੀਂ ਵੀ ਕਰ ਸਕਦੇ ਹੋ, ਪਰ ਮੇਰੇ ਕੋਲ ਸਬੂਤ ਹੈ। ਸਬੂਤ ਕੀ ਹੈ? ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਸ਼੍ਰੀ ਨਰਿੰਦਰ ਦਮੋਦਰ ਦਾਸ ਮੋਦੀ ਜੀ ਨੇ ਸਦਨ ਦੇ ਵਿੱਚ
ਪਿਛਲੇ ਨਵੰਬਰ ਦਸੰਬਰ ਦੀ ਗੱਲ ਹੈ, ਜਨਵਰੀ ਦੀ, ਉਦੋਂ ਕਿਹਾ ਸਦਨ ਦੇ ਵਿੱਚ ਵੀ ਇਹ ਸਿੱਖ ਜਿਹੜੇ ਨੇ ਯਾਦ ਰੱਖਣ ਕਿਸਾਨਾਂ ਦੇ ਅੰਦੋਲਨ ਵੇਲੇ, ਜਦ ਉਦੋਂ ਬਾਅਦ ਫਿਰ ਛੇਤੀ ਉਹ ਖਤਮ ਹੋ ਗਿਆ ਸੀ, ਕਿ ਇਹ ਸਿੱਖ ਯਾਦ ਰੱਖਣ 47 ਨੂੰ ਤੇ 84 ਨੂੰ, 47 ਦੇ ਦੰਗਿਆਂ ਨੂੰ। ਜੇ 47 ਨੂੰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਜੀ ਸਦਨ ਦੇ ਵਿੱਚ ਬਿਆਨ ਦੇ ਕੇ 47 ਸਾਨੂੰ ਯਾਦ ਕਰਾ ਰਹੇ ਨੇ, ਤੇ ਮਤਲਬ ਇਹ ਹੈ ਵੀ ਉਹਨਾਂ ਦੇ ਮਨ 'ਚ 47 ਹੈਗੀ ਹੈ। ਨਹੀਂ ਤਾਂ 47 ਨੂੰ ਯਾਦ ਕਰਨ ਦੀ ਲੋੜ ਨਹੀਂ ਹੁੰਦੀ। ਜੇ ਅਸੀਂ 47 ਨੂੰ ਯਾਦ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਅਜੇ ਨਾ ਇਸ ਧਰਤੀ ਦੀ ਕੁੱਖੋਂ ਪੀੜ ਗਈ ਸਨ 47 ਦੀ, ਖੂਨ ਨਾਲ ਅਸਾਂ ਧੋਤੀ ਕਾਲੋਂ ਰੱਤ ਜੰਗਾਲੀ ਦੀ। ਅੱਜ ਸਾਡੇ ਚਿਹਰਿਆਂ ਤੋਂ ਫਿਰ ਇਹ ਮੁਸਕਾਨ ਖੋਣਾ ਚਾਹੁੰਦੇ ਨੇ। ਮਾਂ ਦੇ ਪੁੱਤ ਸ਼ੈਤਾਨ, ਮਾਂ ਦੀ ਪਤ ਬਚਾਵਨ ਖਾਤਰ ਵਾਰ ਦਿਆਂਗੇ ਜਿੰਦ ਜਾਨ। ਫਿਰ ਤਾਂ ਅਸੀਂ ਇਹ ਗੱਲ ਕਹਾਂਗੇ, ਪਰ ਇਹ ਤਾਂ ਅਸੀਂ ਕਹਿਣੀ ਨਹੀਂ, ਕਿਉਂਕਿ ਇਸ ਦਾ ਨਾ ਤਾਂ ਜਿੰਦ ਜਾਨ ਵਾਰਨੀ ਹੈ, ਨਾ ਅਸੀਂ ਮੁਸਕਾਨ ਖੋਣੋਂ ਹਟਣਾ ਹੈ। ਅਸੀਂ ਤਾਂ ਲੋਕਾਂ ਦੀ ਮੁਸਕਾਨ ਖੋਣੀ ਹੈ, ਅਸੀਂ ਤਾਂ ਫੁੱਲਾਂ ਨੂੰ ਮਿੱਧਣਾ ਹੈ। ਅਸੀਂ ਫੁੱਲਾਂ ਦੀ ਖੁਸ਼ਬੂ ਨਹੀਂ ਖਿੜਨ ਦੇਣੀ, ਅਸੀਂ ਫੁੱਲਾਂ ਨੂੰ ਮਿੱਧਣਾ ਹੈ। ਇਹ ਕਹਿ ਕੇ ਵੀ ਇਹ ਲਾਲ ਰੰਗ ਦੇ ਨੇ, ਇਹ ਪੀਲੇ ਰੰਗ ਦੇ ਨੇ, ਇਹ ਚਿੱਟੇ ਰੰਗ ਦੇ ਨੇ, ਇਸ ਕਰਕੇ ਮਿੱਧਣਾ ਹੈ। ਅਸੀਂ ਆਪਦੇ ਇਕੱਲੇ ਭਗਵੇਂ ਰੰਗ ਦੇ ਫੁੱਲ ਚਾਹੀਦੇ ਨੇ, ਬਾਕੀ ਸਾਰੇ ਫੁੱਲ ਮਿੱਧਣੇ ਨੇ। ਇਹ ਕਹਿ ਕੇ ਜਦ ਤੁਸੀਂ ਇਹ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਦੇਸ਼ ਇਸ ਤਰੀਕੇ ਨਾਲ ਬਚਦਾ ਹੁੰਦਾ ਹੈ। ਪਰ ਇੱਕ ਗੱਲ ਮੇਰੀ ਉਮੀਦ ਹੈ, ਫਿਰ ਮੈਂ ਤੁਹਾਡਾ ਸਵਾਲ ਲੈਣਾ, ਉਹ ਇਹ ਹੈ ਕਿ ਜਿਵੇਂ ਫਾਜ਼ਿਲ ਜੱਜਾਂ ਨੇ, ਫਾਜ਼ਿਲ ਵਕੀਲਾਂ ਨੇ ਇਹ ਲਿਖੀ ਹੈ ਚਿੱਠੀ ਖੁੱਲ੍ਹ ਕੇ ਸੁਪਰੀਮ ਕੋਰਟ ਨੂੰ ਕਿਹਾ ਹੁਣ ਆਪਣੀ ਜ਼ਿੰਮੇਵਾਰੀ ਨਿਭਾਓ। ਇਹ ਮੌਕਾ ਹੁੰਦਾ ਹੈ, ਜਿਵੇਂ ਕੋਈ ਜਦ ਮਰੀਜ਼ ਅੱਤ ਹੋ ਜਾਏ ਮਰੀਜ਼ਾਂ ਦੀ, ਤੇ ਕਿਸੇ ਮੈਡੀਕਲ ਸੁਪਰਡੈਂਟ ਨੂੰ, ਕਿਸੇ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਕਹਿਣਾ ਵੀ ਹੁਣ ਜ਼ਿੰਮੇਵਾਰੀ ਨਿਭਾ, ਆਪਦੇ ਡਾਕਟਰਾਂ ਦੀ ਟੀਮ ਨੂੰ ਲਾ, ਇਹਨੂੰ ਠੀਕ ਕਰੋ। ਉਸ ਤਰ੍ਹਾਂ ਹੀ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਨੂੰ ਵੀ ਹੁਣ ਤੁਹਾਡਾ ਹੁਕਮ ਆ ਗਿਆ, ਹੁਣ ਤੁਹਾਡੀ ਵਾਰੀ ਆ ਗਈ, ਕਿਉਂਕਿ ਪਾਰਲੀਮੈਂਟ ਵਾਲੇ ਤਾਂ ਕੁਝ ਕਰ ਨਹੀਂ ਰਹੇ, ਹੁਕਮਰਾਨ ਤਾਂ ਕੁਝ ਕਰ ਨਹੀਂ ਰਹੇ, ਹੁਕਮਰਾਨ ਨੇ ਤਾਂ ਸਭ ਕੁਝ ਤੋੜਤਾ। ਹੁਣ ਸੁਪਰੀਮ ਕੋਰਟ ਆਵੇ ਸੰਵਿਧਾਨ ਦੇ ਵਾਸਤੇ, ਸੰਵਿਧਾਨ 'ਚ ਸੁਪਰੀਮ ਕੋਰਟ ਪਾਵਰ ਹੈ ਸੂਓ ਮੋਟੋ, ਯਾਨੀ ਕਿ ਆਪਣੇ ਆਪ ਬਿਨਾਂ ਕਿਸੇ ਦੀ ਸ਼ਿਕਾਇਤ ਦੇ ਆਪਣੇ ਆਪ ਐਕਸ਼ਨ ਲਵੇ ਵੀ ਇਹ ਨਹੀਂ ਚੱਲਣ ਦੇਣਾ। UN 'ਚ ਕੇਸ ਚਲਾ ਗਿਆ, ਵਿਦੇਸ਼ੀ ਮੁਲਕਾਂ 'ਚ 3 ਕਰੋੜ ਰੁਪਏ, 3 ਲੱਖ ਕਰੋੜ ਦਾ ਸਾਡਾ ਵਪਾਰ ਬੰਦ ਹੋ ਗਿਆ। ਵਿਦੇਸ਼ੀ ਮੁਲਕ ਜਿਹੜੇ ਸਾਡੇ ਨਾਲ ਸਭ ਤੋਂ ਜ਼ਿਆਦਾ ਨੇੜੇ ਸੀ, ਕਤਰ, ਉਹ ਕਤਰ ਨੇ ਸਭ ਤੋਂ ਪਹਿਲਾਂ ਸਾਡੇ ਖਿਲਾਫ, ਕਤਰ ਮੁਲਕ ਜਿਹੜਾ ਸਾਡੇ ਪ੍ਰਤੀ ਸਾਡੇ ਅੰਦਰੂਨੀ ਮਾਮਲੇ 'ਚ ਕਦੀ ਵੀ ਦਖਲਅੰਦਾਜ਼ੀ ਨਹੀਂ ਦੇ ਕੇ ਰਾਜੀ, ਜੇ ਕਤਰ ਵਰਗੇ ਮੁਲਕ ਨੂੰ ਉੱਠ ਕੇ ਖੜਾ ਹੋਣਾ ਪਿਆ ਤਾਂ ਸਾਨੂੰ ਸੀਰੀਅਸਲੀ ਸੋਚਣਾ ਪਊਗਾ ਵੀ ਜਿਹੜੇ ਬਹੁਤ ਸ਼ਰੀਫ ਦੇਸ਼ ਦੇ ਲੋਕ ਹੋਣ, ਜੇ ਉੱਠ ਕੇ ਉਹ ਵੀ ਖੜੇ ਹੋ ਜਾਣ ਵੀ ਹੁਣ ਤਾਂ ਯਾਰ ਅੱਤ ਹੋ ਗਈ, ਤੇ ਸਮਝ ਲਓ ਵੀ ਬਾਕੀ ਅੱਤ ਨੂੰ ਕਿਵੇਂ ਸਮਝਦੇ ਹੋਣਗੇ। ਸੋ ਇਹ ਤਾਂ ਸਾਨੂੰ ਸੋਚਣਾ ਪਏਗਾ ਜੀ। ਇਹਦੇ ਉੱਤੇ ਯੂਨਾਈਟਿਡ ਨੇਸ਼ਨ ਨੇ ਵੀ ਕਿਹਾ ਕਿ ਸਾਰੇ ਦਾ ਸਤਿਕਾਰ ਕਰਨਾ ਚਾਹੀਦਾ, ਜਿਹੋ ਜਿਹੇ ਹਾਲਾਤ ਦੇ ਭਾਰਤ ਦੇ ਵਿੱਚ ਬਣੇ ਹੋਏ ਉਹਦੇ ਉੱਤੇ ਕਾਬੂ ਪਾ ਕੇ ਰੱਖਣਾ ਚਾਹੀਦਾ। ਪਰ ਤੁਹਾਡੇ ਧਿਆਨ ਵਿੱਚ ਇਹ ਨਾ ਤਾਂ ਵਿੱਚ ਨਾ ਲੋਕ ਸਭਾ ਭਾਰਤ ਵੱਲੋਂ ਕੋਈ ਮੁਸਲਿਮ ਚਿਹਰਾ ਨਹੀਂ ਹੈਗਾ, ਤੇ ਹੁਣ ਅੱਗੇ ਗੱਲ ਕੀਤੀ ਜਾ ਰਹੀ ਹੈ ਕਿ ਰਾਸ਼ਟਰਪਤੀ ਦੀ ਕੁਰਸੀ ਦੇ ਉੱਤੇ ਸ਼ਾਇਦ ਕਿਸੇ ਮੁਸਲਿਮ ਚਿਹਰੇ ਨੂੰ ਅੱਗੇ ਕੀਤਾ ਜਾਵੇ। ਭਾਜਪਾ ਇਹ ਦਾ ਖੇਡਣਾ ਚਾਹੁੰਦੀ ਹੈ ਕਿ ਘੱਟ ਗਿਣਤੀਆਂ ਦਾ ਸੁਨੇਹਾ ਦਿੱਤਾ ਜਾਵੇ, ਇੱਕ ਉਪ ਰਾਸ਼ਟਰਪਤੀ ਲਾ ਦਿੱਤਾ ਜਾਏ। ਉਹਦੀ ਗੱਲ ਸਿੱਖ ਭਾਈਚਾਰੇ ਵਿੱਚ ਹੋ ਰਹੀ ਆ, ਤੇ ਉਧਰੋਂ ਮੁਸਲਿਮ ਭਾਈਚਾਰੇ ਦੇ ਵਿੱਚੋਂ ਰਾਸ਼ਟਰਪਤੀ ਦੀ ਕੁਰਸੀ। ਇਹਦੇ ਨਾਲ ਕਿੰਨੇ ਕੁ ਘਟ ਜਾਣਗੇ ਘੱਟ ਗਿਣਤੀਆਂ ਤੇ ਹਮਲੇ, ਕਿੰਨੇ ਕੁ ਲੋਕਾਂ ਦੀ ਸੋਚ ਸਹੀ ਹੋ ਜਾਏਗੀ ਫਿਰ ਬਹੁ ਗਿਣਤੀ ਦੀ? ਦੇਖੋ, ਘੱਟ ਗਿਣਤੀ ਕਮਿਸ਼ਨ ਦਾ ਤੇ ਸ਼ੈਡਿਊਲਡ ਕਾਸਟ ਕਮਿਸ਼ਨ ਦਾ ਜਿਹੜੇ ਚੇਅਰਮੈਨ ਰਾਏ ਸੀ ਪੰਜਾਬ ਚੋਂ ਲਾਤੇ ਸੀ, ਪਤਾ ਹੋਊਗਾ ਤੁਹਾਨੂੰ ਪਿੱਛੇ। ਜੀ ਜੀ ਜੀ, ਹੁਣ ਲੱਗੇ ਹੋਏ ਨੇ ਉਹ, ਤੇ ਫਿਰ ਪੰਜਾਬ 'ਚ ਹਮਲੇ ਘਟ ਗਏ ਸੀ। ਇਦਾਂ ਹੀ ਜੇ ਘੱਟ ਗਿਣਦੇ ਜੋ ਮੁਸਲਮਾਨਾਂ ਚੋਂ ਗਿਣੀਏ, ਮੁਸਲਮਾਨਾਂ ਚੋਂ ਫਖਰੁਦ ਅਲੀ ਅਹਿਮਦ ਜੀ ਰਹੇ ਨੇ, ਠੀਕ ਹੈ। ਫਿਰ ਮੁਸਲਮਾਨਾਂ 'ਚ ਹਮਲੇ ਘਟ ਗਏ। 2 ਮੁਸਲਮਾਨ ਆਪਣੇ ਇਹ ਅਬਦੁਲ ਕਲਾਮ ਰਹੇ ਨੇ, 3 ਰਹੇ ਨੇ, 3 ਮੁਸਲਮਾਨ ਦੇਸ਼ ਦੇ ਰਾਸ਼ਟਰਪਤੀ ਰਹੇ ਨੇ। ਇਸ ਤਰ੍ਹਾਂ ਹੀ ਸਿੱਖ ਵੀ, ਆਪਣੇ ਗਿਆਨੀ ਜੈਲ ਸਿੰਘ ਸਿੱਖ ਸੀਗੇ, ਉਹ ਵੀ ਰਾਸ਼ਟਰਪਤੀ ਰਹੇ ਨੇ। ਜੇ ਹੋਮ ਮਿਨਿਸਟਰ ਦੀ ਗੱਲ ਕਰੀਏ, ਹੋਮ ਮਿਨਿਸਟਰ ਬੂਟਾ ਸਿੰਘ ਰਹੇ ਨੇ, ਉਹ ਸ਼ੈਡਿਊਲਡ ਕਾਸਟ ਵੀ ਸੀਗੇ, ਸਿੱਖ ਵੀ ਸੀਗੇ। ਜੇ ਸ਼ੈਡਿਊਲਡ ਕਾਸਟਾਂ 'ਚ ਗੱਲ ਕਰੀਏ ਤਾਂ ਜਿਹੜੇ KR ਨਾਰਾਇਣਨ ਸੀਗੇ, ਬਹੁਤ ਹੀ ਵੱਡੇ ਵਿਦਵਾਨ ਸੀਗੇ, ਉਹ ਸ਼ੈਡਿਊਲਡ ਕਾਸਟ ਸੀਗੇ, ਉਹ ਦੇਸ਼ ਦੇ ਰਾਸ਼ਟਰਪਤੀ ਰਹੇ ਨੇ। ਸੋ ਇਹ ਜਿਹੜਾ ਕਹਿਣਾ ਹੈ, ਇਹ ਜਿਹੜਾ ਸਮਝਣਾ ਹੈ ਕਿ ਜੇ ਘੱਟ ਗਿਣਤੀਆਂ 'ਚੋਂ ਜਾਂ ਸ਼ੈਡਿਊਲਡ ਕਾਸਟਾਂ 'ਚੋਂ ਕੋਈ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਬਣ ਜਾਏਗਾ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਉਹ ਮੁਸਲਮਾਨਾਂ 'ਚ ਹੀ ਸੀਗੇ। ਇਹਨਾਂ ਤੋਂ ਪਹਿਲੇ ਵੈਂਕਈਆ ਨਾਇਡੂ ਤੋਂ ਪਹਿਲੇ ਜਿਹੜੇ ਉਪ ਰਾਸ਼ਟਰਪਤੀ ਸੀਗੇ, ਫਿਰ ਕਿਤੇ ਮੁਸਲਮਾਨਾਂ 'ਚ ਹਮਲੇ ਘੱਟ ਗਏ, ਬਲਕਿ ਉਹਨਾਂ ਨੂੰ ਕਹਿਤਾ ਵੀ ਤੁਸੀਂ ਜਾਓ ਬਾਹਰ। ਉਪ ਰਾਸ਼ਟਰਪਤੀ ਨੂੰ ਚੁਣੌਤੀ ਦਿੱਤੀ ਗਈ ਵੀ ਤੁਸੀਂ ਇਹ ਗੱਲਾਂ ਕੀ ਕਰਦੇ ਹੋ, ਜਦ ਉਹਨਾਂ ਨੇ ਕੁਐਸਚਨ ਰੇਜ਼ ਕਰੇ। ਸੋ ਇਸ ਕਰਕੇ ਨਜਮਾ ਹੈਪਤੁੱਲਾ, ਇਸ ਕਰਕੇ ਆਪਾਂ ਇਹ ਭੁਲੇਖਾ ਛੱਡ ਦਈਏ। ਇਹ ਠੀਕ ਹੈ ਹੁਣ ਹੈ ਨਹੀਂ ਇਹਦੇ 'ਚ, ਪਰ ਜਦ ਹੈਗੇ ਸੀ
84 ਦੇ ਵਿੱਚ ਜਦ ਸਿੱਖਾਂ ਦਾ ਕਤਲੇਆਮ ਹੋਇਆ, ਉਦੋਂ ਲੋਕ ਸਭਾ 'ਚ ਸਿੱਖ ਹੈਗੇ ਸੀ। ਐ ਨਹੀਂ ਸੀ ਵੀ ਸਿੱਖ ਨਾਰਾਜ਼ ਨਹੀਂ ਸੀਗੇ ਲੋਕ ਸਭਾ 'ਚੋਂ, ਨਾ ਰਾਜ ਸਭਾ 'ਚੋਂ ਨਾਰਾਜ਼ ਸੀਗੇ, ਪਰ ਕਤਲੇਆਮ ਦਿੱਲੀ 'ਚ ਹੀ ਹੋਇਆ। ਸੋ ਇਸ ਕਰਕੇ ਆਪਾਂ ਇਹ ਗੱਲ ਸਮਝ ਕੇ ਚੱਲੀਏ, ਕਿਸੇ ਘੱਟ ਗਿਣਤੀ ਦਾ ਇਹ ਸਾਰਾ, ਬਲਕਿ ਜਿਹੜਾ ਰੌਲਾ ਪਾਉਂਦੇ ਵੀ ਸਾਡੇ 'ਚੋਂ ਫਲਾਣੇ 'ਚੋਂ ਹੋਵੇ, ਫਲਾਣੇ 'ਚੋਂ ਹੋਵੇ, ਉਹਦਾ ਇੱਕ ਫਾਇਦਾ ਤਾਂ ਹੁੰਦਾ ਹੈ, ਪਰ ਉਹ ਇਕੱਲਾ ਹੱਲ ਨਹੀਂ ਹੈ। ਜਿੰਨਾ ਚਿਰ ਆਪਦੀ ਕਮਿਊਨਿਟੀ ਵਾਸਤੇ ਸਾਰੀਆਂ ਕਮਿਊਨਿਟੀਆਂ ਨਾਲ ਮਿਲ ਕੇ ਹੱਲ ਕਰਨ ਨੂੰ ਤਿਆਰ ਨਹੀਂ। ਜੇ ਉਹ ਕਹਿਣ ਅਸੀਂ ਇਕੱਲੇ, ਜੇਕਰ ਨੂੰ ਸਿੱਖ ਕਹਿਣ ਵੀ ਸਾਡਾ ਸਿੱਖਾਂ ਦਾ, ਜਿਵੇਂ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਹਿਤਾ ਸੀ ਜਦ ਉੱਤੇ ਜਹਾਂਗੀਰਪੁਰੀ ਦੇ ਵਿੱਚ ਨੰਗਾ ਨਾਚ ਹੋਇਆ ਬਰਬਰਤਾ ਦਾ ਤੇ ਬੁਲਡੋਜ਼ਰ, ਇਹ ਤਾਂ ਸਿੱਧੇ ਕੰਮ ਹੈ ਨਾ। ਅੱਗੇ ਤਾਂ ਕਹਿੰਦੇ ਹੁੰਦੇ ਵੀ ਇਹਨਾਂ ਦਾ ਤੁਖ ਮਿਟਾ ਦਿਓ, ਤੁਖ ਮਿਟਾਉਣ ਦਾ ਹੁੰਦਾ ਜੀਨੋਸਾਈਡ। ਸਿੱਖਾਂ ਦਾ ਤਾਂ ਉਹ ਕੋਸ਼ਿਸ਼ ਕਰੀ ਸੀ, ਪਰ ਹੁਣ ਉਹ ਕਹਿੰਦੇ ਨੇ ਵੀ ਇਹਨਾਂ ਦਾ ਜਿਹੜਾ ਹੈ ਖੁਰਾ ਖੋਜ ਮਿਟਾ ਦਿਓ। ਖੁਰਾ ਖੋਜ ਮਿਟਾਉਣ ਦਾ ਹੁੰਦਾ ਘਰ ਵੀ ਢਾ ਦਿਓ, ਨਿਸ਼ਾਨੀ ਵੀ ਨਾ ਛੱਡੋ। ਤੁਖ ਮਿਟਾਉਣ ਦਾ ਹੁੰਦਾ ਕਦੇ ਬੰਦੇ ਮਾਰਨੇ। ਖੁਰਾ ਖੋਜ ਮਿਟਾਉਣ ਦਾ ਮਤਲਬ ਹੁੰਦਾ ਸਭ ਕੁਛ ਹੀ ਤਬਾਹ ਕਰ ਦਿਓ, ਇਹਨਾਂ ਦਾ ਘਰ ਘਾਟ ਜੋ ਮਰਜ਼ੀ ਹੈ, ਜ਼ਮੀਨ ਜੋ ਵੀ ਹੈ, ਜੰਗਲ ਜੋ ਵੀ ਹੈ, ਤਬਾਹ ਕਰ ਦਿਓ। ਸੋ ਇਹ ਖੁਰਾ ਖੋਜ ਮਿਟਾਉਣ ਤੇ ਜਿਹੜੇ ਤੁਰੇ ਹੋਏ ਨੇ, ਇਹ ਤੁਹਾਡੇ ਖਿਆਲ 'ਚ ਦੇਸ਼ ਨੂੰ ਬਚਾਉਣਗੇ? ਤੇ ਖੁਰਾ ਖੋਜ ਮਿਟਾਉਂਦੇ ਹੋਇਆਂ ਦੇ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਮੋਦੀ ਸਾਹਿਬ ਸਾਡੀਆਂ ਮੰਗਾਂ ਵੀ ਮੰਨ ਲੈਣ, ਯਾਨੀ ਕਿ ਇਹਨਾਂ ਦਾ ਖੁਰਾ ਖੋਜ ਮਿਟਾਈ ਜੋ ਮੁਸਲਮਾਨਾਂ ਦਾ। ਉਹਨੂੰ ਪੁੱਛੋ, ਗੁਰੂ ਸਾਹਿਬ ਨੇ, ਇਹ ਤਾਂ ਗੁਰੂ ਸਾਹਿਬ ਦੀ ਸਿੱਖਿਆ ਤੋਂ ਵੀ ਪਰਾਂ ਹੋ ਗਏ। ਗੁਰੂ ਸਾਹਿਬ ਨੇ ਕਿਹਾ ਪੜੋਸੀ ਕੋ ਜੋ ਹੁਆ ਤੂੰ ਆਪਣੇ ਵੀ ਜਾਣ। ਜੋ ਮੁਸਲਮਾਨਾਂ ਨਾਲ ਹੋ ਰਹੀ ਹੈ ਕੱਲ੍ਹ ਨੂੰ ਤੁਹਾਡੇ ਨਾਲ ਵੀ ਹੋਣੀ ਹੈ। ਜੋ ਸਾਡੇ ਸਾਹਮਣੇ ਪਹਿਲਾਂ ਕਸ਼ਮੀਰ 'ਚ ਹੋਈ, ਕਸ਼ਮੀਰ ਸ਼ਾਂਤੀ ਹੋ ਗਈ, ਆਪਾਂ ਦੇਖਿਆ ਹੀ ਹੈ। ਅੱਜ ਤੱਕ ਆਜ਼ਾਦੀ ਤੋਂ ਬਾਅਦ ਅੱਜ ਤੱਕ ਉੱਥੋਂ ਦੇ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਖਾਸ ਕਰਕੇ, ਉਹਨਾਂ ਨੇ ਨਹੀਂ ਕਿਹਾ ਸੀ ਵੀ ਅਸੀਂ ਇੱਥੇ ਘਾਟੀ 'ਚ ਨਹੀਂ ਰਹਿਣਾ। ਇੰਨੀ ਕੁ ਇੱਜ਼ਤ ਹੈਗੀ ਸੀ। ਅੱਜ ਉੱਥੇ ਘਾਟੀ 'ਚ ਰਹਿਣ ਨੂੰ ਤਿਆਰ ਨਹੀਂ ਹੈਗੇ। 370 ਵੀ ਤੋੜ ਲਈ, ਠੀਕ ਹੈ, ਤੇ 370 ਤੋੜ ਕੇ ਵੀ ਤੁਸੀਂ ਤਾਂ ਘਾਟੀ 'ਚ ਰਹਿਣ ਜੋਗੇ ਨਹੀਂ ਛੱਡਿਆ ਉਹਨਾਂ ਨੂੰ। ਤੁਸੀਂ ਕਹਿੰਦੇ ਅਸੀਂ ਵਸਾ ਦਾਂਗੇ। ਜਿਹੜੇ ਅੱਜ ਤੱਕ ਨਹੀਂ ਉੱਥੋਂ ਆਉਣ ਨੂੰ ਤਿਆਰ ਸੀਗੇ, ਕਦੀ ਨਹੀਂ ਕਿਸੇ ਨੇ ਲਿਖ ਕੇ ਦਿੱਤਾ ਸੀ ਵੀ ਅਸੀਂ ਨਹੀਂ ਇੱਥੇ ਰਹਿਣਾ। ਇੱਕ ਅੱਧੇ ਦੇ ਵਿਅਕਤੀਗਤ ਗੱਲ ਛੱਡੀਏ, ਉਹ ਅੱਜ ਐਨ ਮਾਸ ਯਾਨੀ ਕਿ ਸਮੂਹ ਦੇ ਰੂਪ 'ਚ ਕਹਿ ਰਹੇ ਨੇ ਵੀ ਅਸੀਂ ਇੱਥੇ ਨਹੀਂ ਰਹਿਣਾ, ਸਾਨੂੰ ਤਾਂ ਜੰਮੂ 'ਚ ਭੇਜੋ। ਸੋ ਜੇ ਤੁਸੀਂ 370 ਤੋੜ ਕੇ 35 ਇਹ ਤੋੜ ਕੇ ਤੁਸੀਂ ਇਹ ਕਰ ਹੀ ਨਹੀਂ ਸਕੇ, 1.5 ਸਾਲ 2 ਸਾਲ ਕਰਫਿਊ ਲਾ ਕੇ, ਇੰਟਰਨੈਟ ਬੰਦ ਕਰਕੇ ਨਹੀਂ ਕੁਛ ਕਰ ਸਕੇ, ਹੁਣ ਕੀ ਕਰ ਲੋਗੇ? ਸੋ ਇਹੀ ਗੱਲ ਪੰਜਾਬ ਦੇ ਵਿੱਚ ਜੇ ਤੁਸੀਂ 50 ਕਿਲੋਮੀਟਰ ਤੱਕ BSF ਲਾ ਕੇ ਤੇ ਤੁਸੀਂ ਆਪਦਾ ਕੇਂਦਰੀ ਵੱਲ ਲਾ ਕੇ ਇੱਥੇ ਡਰੋਨ ਆਉਣੇ ਨਹੀਂ ਰੋਕ ਸਕੇ, ਹੁਣ ਕੀ ਕਰ ਲੋਗੇ? ਇੱਥੇ ਉਹੀ ਹੈਰੋਨ ਆ ਰਹੀ ਹੈ, ਉਹੀ ਡਰੋਨ ਆ ਰਹੇ ਨੇ, ਉਹੀ ਐਕਸਟ੍ਰੀਮਿਸਟ ਆ ਰਹੇ ਨੇ, ਅੱਤਵਾਦੀ ਆ ਰਹੇ ਨੇ, ਉਹੀ ਅੱਤਵਾਦੀ ISI ਦੇ ਏਜੰਟ ਆ ਰਹੇ ਨੇ। ਜਾਂ ਤਾਂ ਤੁਸੀਂ ਦੱਸ ਦਿਓ ਵੀ ਕੋਈ ਨਹੀਂ ਆ ਰਿਹਾ। ਜਿਹੜੀ ਚੀਜ਼ ਤੁਸੀਂ ਉੱਥੋਂ ਰੋਕ ਲਈ ਉਹ ਦੱਸ ਦਿਓ ਨਾ, ਕਿਹੜੀ ਰੋਕ ਲਈ, ਵੀ ਆਹ ਰੋਕਤੀ ਜੀ ਅਸੀਂ। ਉਹੀ ਝੂਠੀ ਕਰੰਸੀ ਆ ਰਹੀ ਹੈ, ਬਨੌਟੀ ਨੋਟ ਆ ਰਹੇ ਨੇ, ਉਹੀ ਅੱਤਵਾਦੀ ਕਰ ਰਹੇ, ਉਹੀ ਸਮਗਲਿੰਗ ਹੋ ਰਹੀ ਹੈ ਹਰ ਚੀਜ਼ ਦੀ। ਸੋ ਇਸ ਕਰਕੇ ਜਿਹੜਾ ਇਹ ਭੁਲੇਖਾ ਹੁੰਦਾ ਨਾ ਕਿ ਅਸੀਂ ਸ਼ਸਤਰ ਬਲਾਂ ਦੇ ਨਾਲ ਅਸੀਂ ਲੋਕਾਂ ਨੂੰ ਕੰਟਰੋਲ ਕਰ ਲਾਂਗੇ, ਥੋੜ੍ਹੇ ਸਮੇਂ ਵਾਸਤੇ ਤਾਂ ਹੁੰਦਾ ਹੈ। ਥੋੜ੍ਹੇ ਸਮੇਂ ਤੋਂ ਬਾਅਦ ਉਹਦਾ ਹਾਲ ਉਹੀ ਹੋ ਜਾਂਦਾ। ਤੁਸੀਂ ਕਦੀ ਦੇਖ ਲਿਓ, ਜਦ ਕਰਫਿਊ ਲੰਬਾ ਦੇਰ ਚੱਲ ਜੇ ਨਾ, ਉਦੋਂ ਲੋਕ ਉਹੀ ਗਲੀਆਂ 'ਚ ਨਿਕਲਣਾ ਸ਼ੁਰੂ ਹੋ ਜਾਂਦੇ ਨੇ ਤੇ ਉਹ ਦੂਜੇ ਵੀ ਚੁੱਪ ਚਾਪ ਕਰ ਜਾਂਦੇ ਨੇ ਆਪੀ। ਹਾਂਜੀ, ਹੁਣ ਸਵਾਲ। ਆਖਰੀ ਸਵਾਲ ਹੈ ਕਿ ਇਹਨਾਂ ਨੇ ਹੁਣ ਕਿਹਾ ਕਿ ਫੌਜ ਦੇ ਵਿੱਚ ਠੇਕੇ ਤੇ ਭਰਤੀ ਕੀਤੀ ਜਾਏਗੀ, ਉਹਨੂੰ ਲੈ ਕੇ ਵੀ ਕਾਫੀ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਸਰਕਾਰ ਕੀ ਚਾਹੁੰਦੀ ਆ। ਸਾਡੇ ਬਾਕੀ ਮੁਲਕਾਂ ਨਾਲ ਸੰਬੰਧ, ਚੀਨ ਦੇ ਨਾਲ, ਚੀਨ ਕਿੱਦਾਂ ਸ਼ਿਕੰਜਾ ਕੱਸਦਾ ਜਾ ਰਿਹਾ, ਪਾਕਿਸਤਾਨ ਵੀ ਨਾਲ ਹੈ, ਹੋਰ ਮੁਲਕਾਂ, ਗੁਆਂਢੀ ਮੁਲਕਾਂ ਦੀ ਵੀ ਗੱਲ ਹੁੰਦੀ ਹੈ। ਤੁਸੀਂ ਘੱਟੋ ਘੱਟ ਸ੍ਰੀਲੰਕਾ ਤੋਂ ਸਿੱਖ ਲਓ, ਜਿੱਥੇ ਅਰਥ ਵਿਵਸਥਾ ਦਾ ਬੁਰਾ ਹਾਲ ਹੈ, ਖਾਨਾ ਜੰਗੀ ਸ਼ੁਰੂ ਹੋਈ ਹੈ। ਤੁਸੀਂ ਆਪਣੇ ਭਾਈਚਾਰਿਆਂ ਦੇ ਵਿੱਚ ਲੋਕਾਂ 'ਚ ਬਣਾ ਕੇ ਰੱਖੋ। ਇੱਕ ਸਹਿਮ ਪੈਦਾ ਹੋ ਗਿਆ ਕਿ ਇਹ ਠੇਕੇ ਤੇ ਭਰਤੀ ਕਿਸ ਗੱਲ ਦੇ ਲਈ, ਉਹ ਵੀ 4-5 ਸਾਲ, ਉਦੋਂ ਬਾਅਦ ਉਹਨਾਂ ਨੇ ਕੀ ਕਰਨਾ? ਬਿਲਕੁਲ ਠੀਕ ਸਵਾਲ ਤੁਸੀਂ ਖੜਾ ਕਰਿਆ ਹੈ। ਲੰਕਾ ਨੇ ਵੀ ਇੱਕ ਹੋਰ ਗੱਲ ਜਿਹੜੀ ਮੈਂ ਨਾਲ ਜੋੜ ਕੇ ਪਹਿਲਾਂ ਚੱਲਾਂਗਾ, ਮਿੰਟ 2 ਹੀ ਲਵਾਂਗਾ 3, ਤੇ ਲੰਕਾ ਨੇ ਵੀ ਪਹਿਲਾਂ ਕੁਦਰਤੀ ਖੇਤੀ ਦਾ ਬਹਾਨਾ ਲਾਇਆ ਸੀ, ਆਰਗੈਨਿਕ ਫਾਰਮਿੰਗ ਦਾ। ਉੱਥੇ ਪੱਠਾ ਬਹਿ ਗਿਆ। ਇਹਨਾਂ ਨੇ ਵੀ ਬੜਾ ਬਜਟ ਰੱਖਿਆ ਹੈ। ਅਸੀਂ ਤਾਂ ਰਮਨ ਜੀ ਨੇ ਜਿਹੜਾ ਬਜਟ ਪੇਸ਼ ਕਰਿਆ ਸੀ, ਸਾਡੀ ਵਿੱਤ ਮੰਤਰੀ ਸਾਹਿਬਾਂ ਨੇ, ਉਹਦੇ ਵਿੱਚ ਵੀ ਇਹਨਾਂ ਨੇ ਕੁਦਰਤੀ ਖੇਤੀ ਵਾਸਤੇ ਰੱਖਿਆ। ਇਹਨਾਂ ਨੇ ਆਪਦੇ RSS ਦੇ ਬੰਦਿਆਂ ਨੂੰ NGO ਦੇ ਰੂਪ 'ਚ ਪੈਸਾ ਦੇਣਾ ਸਰਕਾਰ ਦਾ, ਹੋਰ ਕੁਝ ਨਹੀਂ ਹੈ। ਉਸ ਦੇ ਵਿੱਚੋਂ ਨਿਕਲਣਾ ਕੁਝ ਨਹੀਂ ਹੈ। ਨਾਲੇ ਅੰਨ ਦੀ ਕਮੀ ਤਾਂ ਐਤਕੀ ਹੋਈ, ਤੁਸੀਂ ਦੇਖ ਲਓ, ਮਾੜਾ ਜਿਹਾ ਦਾਣਾ ਮਾਜੂ ਪਿਆ ਸੀ ਗਰਮੀ ਕਰਨ ਕਰਕੇ, ਤੇ ਤਕਰੀਬਨ ਅੰਦਾਜ਼ੇ ਨੇ ਵੀ 18% ਤੋਂ 20% ਤੱਕ ਘਟਿਆ ਜਿਹੜੀ ਪੰਜਾਬ ਦੀ ਪ੍ਰੋਡਕਸ਼ਨ ਹੈ। ਤੇ ਉਹਦੇ ਨਾਲ ਹੀ ਇਹਨਾਂ ਦੀਆਂ ਹੀਲਾਂ ਹੋ ਗਈਆਂ, ਕਣਕ ਬਾਹਰ ਜਾਣੀ ਬੰਦ ਕਰਨੀ ਪਈ। ਇਹ ਆਪਾਂ ਸਮਝ ਲਈਏ ਵੀ ਜੇ ਇੱਕ ਗਰਮੀ ਹੋ ਰਹੀ ਜੀ ਪੈ ਗਈ ਕਿਤੇ, ਫਿਰ ਕੀ ਕਰਾਂਗੇ? ਸਿਆਣਾ ਬੰਦਾ ਉਹ ਹੁੰਦਾ ਹੈ ਜਿਹੜਾ ਅਗਲੀ ਸੀਜ਼ਨ ਵਾਸਤੇ ਆਪਦਾ ਬਚਾ ਕੇ ਰੱਖਦਾ, ਵੀ ਜੇ ਕੋਈ ਮਾੜਾ ਦਿਨ ਆ ਗਏ ਤਾਂ ਭਾਈ ਉਦੋਂ ਸਾਡੇ ਕੰਮ ਆ ਜੇ। ਪਰ ਇਹਨਾਂ ਨੂੰ ਮਾੜੇ ਦਿਨਾਂ ਨਾਲ ਕੀ ਹੈ? ਇਹਨਾਂ ਨੇ ਤਾਂ ਨੋਟਬੰਦੀ ਕਰਕੇ ਲੋਕਾਂ ਦੇ ਚੁੱਲ੍ਹੇ ਢਾਤੇ ਸੀ, ਲੋਕਾਂ ਦੇ ਵਿਆਹ, ਲੋਕਾਂ ਦੇ ਮਰਨੇ, ਲੋਕਾਂ ਦੇ ਮਰੇ ਹੋਏ ਲੋਕਾਂ ਨੂੰ ਸਾੜਨਾ ਬੰਦ, ਕੱਫਨ ਖਰੀਦਣ ਨੂੰ ਪੈਸੇ ਨਹੀਂ ਛੱਡੇ ਸੀ। ਇਹਨਾਂ ਨੂੰ ਕੀ ਫਰਕ ਪੈਂਦਾ ਅਗਲੇ ਸਾਲਾਂ ਦਾ? ਇਹ ਤਾਂ ਕਹਿੰਦੇ ਹੁਣੀ ਆਪਾਂ ਨੰਗ ਬਣਾ ਦੇਣਾ ਲੋਕਾਂ ਨੂੰ। ਸੋ ਇੱਕ ਤਾਂ ਇਹ ਪਾਸਾ ਹੈ। ਦੂਜਾ ਪਾਸਾ ਇਹ ਹੈ
ਰੁਜ਼ਗਾਰ ਬਾਰੇ ਮੈਂ ਗੱਲ ਕਰਾਂਗਾ। ਇਹਨਾਂ ਨੇ ਕਿਹਾ ਸੀ ਅਸੀਂ 2 ਕਰੋੜ ਰੁਜ਼ਗਾਰ ਹਰ ਸਾਲ ਦਿਆਂਗੇ। 2 ਕਰੋੜ ਦੀ ਤਾਂ ਗੱਲ ਹੀ ਛੱਡੋ, 2 ਕਰੋੜ ਪੈਦਾ ਕਰਦੇ ਕਰਦੇ ਫਿਰ ਸੀਤਾਰਮਨ ਜੀ ਨੇ ਆਪਦੇ ਬਜਟ ਭਾਸ਼ਣ 'ਚ ਕਿਹਾ, ਇਸ ਸਾਲ ਦੇ 'ਚ ਜਿਹੜਾ ਹੁਣ ਚੱਲ ਰਿਹਾ, ਉਹਨਾਂ ਨੇ ਕਿਹਾ ਕਿ ਅਸੀਂ 75 ਲੱਖ ਰੁਜ਼ਗਾਰ ਪੈਦਾ ਕਰਾਂਗੇ। 2 ਕਰੋੜ ਸਾਲਾਨਾ ਨੂੰ ਛੱਡ ਕੇ ਅਸੀਂ ਇਸ ਸਾਲ 75 ਲੱਖ ਪੈਦਾ ਕਰਾਂਗੇ। ਹੁਣ ਕੀ ਕਿਹਾ? ਕਹਿੰਦੇ ਸੀ 10 ਲੱਖ ਰੁਜ਼ਗਾਰ ਦਿਆਂਗੇ ਅਗਲੇ 18 ਮਹੀਨਿਆਂ 'ਚ, ਯਾਨੀ ਕਿ 2024 ਤੱਕ, ਚੋਣ ਤੱਕ ਕਹਿ ਲਓ। ਸੋ ਜੇ 2024 ਤੱਕ ਤੁਸੀਂ ਸਿਰਫ 10 ਲੱਖ ਰੁਜ਼ਗਾਰ ਦੇਣਾ, ਪਹਿਲਾਂ ਤਾਂ ਇਹ ਦੇਖ ਲਓ ਵੀ ਰੁਜ਼ਗਾਰ ਦਾ ਤੁਸੀਂ ਕੀ ਹਾਲ ਹੈ। ਇਕੱਲੇ ਪੰਜਾਬ ਦੇ ਵਿੱਚ 20 ਲੱਖ ਨੌਜਵਾਨ ਬੇਰੁਜ਼ਗਾਰ ਹੈ, ਜੇ ਅਸੀਂ 19 ਤੋਂ 35 ਸਾਲ ਤੱਕ ਲੈ ਲਈਏ 20 ਲੱਖ। ਸੋ ਆਪੇ ਤੁਸੀਂ 10 ਲੱਖ ਨਾਲ ਪੂਰੇ ਮੁਲਕ 'ਚ ਕੀ ਹੋਏਗਾ? ਉੱਠਦੇ ਮੂੰਹ 'ਚ ਜੀਰਾ। ਦੂਜਾ ਇਹ ਹੈ ਜਿਹੜਾ ਤੁਸੀਂ ਸਹੀ ਸਵਾਲ ਰੇਜ਼ ਕਰਿਆ ਕਿ ਜਦ ਉਹਨਾਂ ਨੂੰ ਕੱਚੇ ਰੱਖਣਾ ਤੇ ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਵੀ ਦੇਤੀ। 75% ਨੂੰ 5 ਸਾਲ ਬਾਅਦ ਕੱਢ ਦੇਣਾ, 25% ਨੂੰ ਪੱਕੇ ਲੈ ਲੈਣਾ। ਉਹ ਜਿਹੜੇ ਹਰ ਸਾਲ ਤੁਸੀਂ ਭਰਤੀ ਕਰੋਗੇ 75% ਨੂੰ ਕੱਢੀ ਜਾਓਗੇ, ਉਹ ਤਾਂ ਹਥਿਆਰ ਆਮ ਹੀ ਹੋ ਜਾਣਗੇ। ਸਿੱਖਿਅਤ ਹੈਗੇ ਨੇ, ਬਹਾਨਾ ਲਾਇਆ ਜੀ ਉਹ ਫਿਰ ਦੂਜੀਆਂ ਫੋਰਸ, ਸਿਵਲੀਅਨ ਫੋਰਸ ਸਿਵਲੀਅਨ ਫੋਰਸ ਕਿੰਨੇ ਕੁ ਭਰਤੀ ਕਰ ਲੂਗੀ? ਪੰਜਾਬ ਦੇ ਟੋਟਲ 70,000 ਪੁਲਿਸ ਦਾ ਮੁਲਾਜ਼ਮ ਹੈ, 70,000 ਦਾ 1 ਲੱਖ ਬਣਾ ਲੈਣਗੇ। ਉਹ ਤਾਂ 1 ਸਾਲ 'ਚ 7.5 ਲੱਖ ਨਿਕਲਣਾ ਹੈ। ਉਹ 7.5 ਲੱਖ ਨੂੰ ਕਿੱਥੇ ਸਮਾਇਆ ਜਾਊਗਾ ਪੂਰੇ ਮੁਲਕ 'ਚ? ਸੋ ਇਸ ਕਰਕੇ ਇਹ ਵੀ ਇਹਨਾਂ ਦਾ ਬਹਾਨਾ ਹੈ। ਜਦ ਤੁਸੀਂ ਇੰਨੇ ਹਥਿਆਰ ਦੇ ਤੇ ਅਮਰੀਕਾ ਤੁਸੀਂ ਦੇਖਿਆ ਹੀ ਹੈ, ਹਥਿਆਰ ਸਰਾਣੇ ਰੱਖ ਕੇ ਲੋਕ ਸੌਂਦੇ ਨੇ, ਰੋਜ਼ ਕਤਲ ਹੋ ਰਹੇ ਨੇ, ਔਰ ਸਕੂਲ ਦੇ ਵਿੱਚ ਕਤਲ ਕਰਤੇ ਚੱਕ ਕੇ ਸਾਰੇ। ਸੋ ਹਥਿਆਰਾਂ ਦੇ ਨਾਲ ਕਦੇ ਸ਼ਾਂਤੀ ਨਹੀਂ ਆਉਂਦੀ, ਹਥਿਆਰਾਂ ਦੇ ਨਾਲ ਲੋਕ ਸੁੱਖ ਦੀ ਨੀਂਦ ਨਹੀਂ ਸੌਂਦੇ, ਹਥਿਆਰਾਂ ਦੇ ਨਾਲ ਲੋਕ ਅਨੀਂਦਾ ਕੱਟਦੇ ਨੇ, ਲੋਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ, ਅਨੀਂਦੇ ਦਾ ਸ਼ਿਕਾਰ ਹੁੰਦੇ ਨੇ, ਪਾਗਲ ਹੁੰਦੇ ਨੇ। ਸੋ ਹਥਿਆਰ ਨਹੀਂ ਬਚਾ ਸਕਦੇ, ਭਾਈਚਾਰਾ ਬਚਾ ਸਕਦਾ ਸਮਾਜ ਨੂੰ। ਭਾਈਚਾਰੇ ਨੂੰ ਇਹ ਤੋੜ ਕੇ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਇਹ ਕਿੱਕਰਾਂ ਬੀਜ ਰਹੇ ਨੇ, ਕੰਡੇ ਬੀਜ ਰਹੇ ਨੇ, ਇਹਨਾਂ ਨੂੰ ਕਿੱਥੋਂ ਇਹ ਸੁੱਖ ਮਿਲਣਾ ਹੈ? ਸੋ ਜਿਹੜਾ ਕੰਮ ਚਾਹੀਦਾ ਸੀ, ਕਹਿੰਦਾ ਹੰਡੇ ਉੱਨ ਕਚਾਏ ਦਾ ਪੈਦਾ ਲੋੜੇ ਪੱਟ, ਤੁਸੀਂ ਕੱਤ ਤਾਂ ਉੱਨ ਰਹੇ ਹੋ ਤੇ ਤੁਸੀਂ ਰੇਸ਼ਮ ਕਿੱਥੋਂ ਲੱਭੋਗੇ? ਉੱਨ ਦੇ ਤਾਂ ਕੰਡੇ ਹੀ ਲੜਨੇ ਨੇ। ਸੋ ਇਹ ਜਿਹੜੇ ਇਹ ਬੇਰੁਜ਼ਗਾਰੀ ਪੈਦਾ ਕਰ ਰਹੇ ਨੇ, ਜਿਹੜਾ ਭਾਈਚਾਰਾ ਤੋੜ ਰਹੇ ਨੇ, ਇਹ ਕੰਡੇ ਪੈਦਾ ਕਰ ਰਹੇ ਨੇ। ਤੇ ਫਿਰ ਇਹਦੇ ਨਾਲ ਜੇ ਸੋਚਣ ਵੀ ਰੇਸ਼ਮ ਦੀ ਜਿਹੜੀ ਮੁਲਾਇਮ ਹੈ, ਰੇਸ਼ਮ ਮਖਮਲੀ ਜਿਹੜੇ ਹੈਗੇ ਨੇ, ਉਹ ਫਿਰ ਗੱਦੇ ਨਹੀਂ ਮਿਲਣੇ ਇਹਨਾਂ ਨੂੰ, ਇਹ ਕੰਡੇ ਹੀ ਰਹਿਣੇ ਨੇ। ਸੋ ਇਸ ਕਰਕੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵੀ ਇੱਦਾਂ ਹੀ ਹੋਣੀ ਹੈ। ਪਰ ਇਹਨਾਂ ਦਾ ਨਿਸ਼ਾਨਾ ਇਹ ਹੈ ਕਿ ਲੋਕਾਂ 'ਚ ਬੇਚੈਨੀ ਪੈਦਾ ਹੋ ਜੇ। ਅੱਜ ਹੀ ਇਹਨਾਂ ਤੋਂ ਗੈਂਗਸਟਰ ਕਾਬੂ ਨਹੀਂ ਹੋ ਰਹੇ, ਤੁਹਾਡੇ ਸਾਹਮਣੇ ਦੀ ਗੱਲ ਹੈ। ਤੇ ਫਿਰ ਜਦ ਇੰਨੇ ਜ਼ਿਆਦਾ ਪੈਦਾ ਕਰਤਾ ਨੌਜਵਾਨ, ਜਿਹਦੇ ਕੋਲ ਹਥਿਆਰ ਵੀ ਨੇ, ਜਿਹਨੂੰ ਹਥਿਆਰ ਚਲਾਉਣਾ ਵੀ ਆਉਂਦਾ ਹੈ, ਜਿਹਨੇ ਵਿਧੀਵਤ ਟ੍ਰੇਨਿੰਗ ਵੀ ਲਈ ਹੈ, ਉਦੋਂ ਸਮਾਜ ਦਾ ਕੀ ਹਾਲ ਹੋਊਗਾ? ਕਿੰਨੀਆਂ ਲੁੱਟਾਂ ਖੋਹਾਂ ਹੋਣਗੀਆਂ, ਕਿੰਨੇ ਗੁੰਡੇ ਬਦਮਾਸ਼ ਪੈਦਾ ਹੋ ਜਾਣਗੇ ਸਮਾਜ 'ਚ, ਇਹ ਅੰਦਾਜ਼ਾ ਇਹਨਾਂ ਨੂੰ ਨਹੀਂ ਹੈ। ਪਰ ਮੈਨੂੰ ਇੱਕ ਹੋਰ ਇਹਨਾਂ ਦੀ ਸੋਚ 'ਚ ਲੱਗਦਾ ਹੈ, ਬਹੁਤ ਸਾਰੇ ਵਿਦਵਾਨ, ਸ਼ਾਇਦ 99.9% ਨਾਲ ਇਸ ਗੱਲ ਨੂੰ ਮੰਨਣ, ਮੈਨੂੰ ਇਹ ਲੱਗਦਾ ਹੈ ਵੀ ਇਹ ਕਿਉਂਕਿ ਖਾਨਾ ਜੰਗੀ ਵਧਾਉਣਾ ਚਾਹੁੰਦੇ ਨੇ। ਇਹ ਚਾਹੁੰਦੇ ਨੇ ਵੀ ਇਹ ਅਸੀਂ ਅਗਨੀਵੀਰ ਦੇ ਨਾਂ ਦੇ ਉੱਤੇ, ਕਿਉਂਕਿ ਵੀਰ ਲਫ਼ਜ਼ ਰੱਖਿਆ ਹੈ, ਅਸੀਂ RSS ਦੇ ਬੰਦੇ ਇਹਦੇ 'ਚ ਭਰਤੀ ਕਰਕੇ ਅਸੀਂ ਸਰਕਾਰੀ ਤੌਰ ਤੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ, ਹਥਿਆਰ ਦੇ ਕੇ ਬਾਹਰ ਭੇਜ ਦਈਏ ਸਮਾਜ 'ਚ, ਤਾਂ ਕਿ ਉਹ ਹਥਿਆਰ ਲੈ ਕੇ ਪਹਿਲਾਂ ਤਾਂ ਅਭਿਨਵ ਭਾਰਤ ਰਾਹੀਂ ਇਹਨਾਂ ਨੇ ਗੌਰੀ ਲੰਕੇਸ਼ ਦਾ ਜਾਂ ਗੋਬਿੰਦ ਪਾਨਸਰੇ ਦਾ ਜਾਂ ਕਲਬੁਰਜੀ ਜੀ ਦਾ ਤੇ ਇਹਨਾਂ ਦੇ ਕਤਲ ਕਰੇ ਨੇ, ਤੇ ਹੁਣ ਸਿੱਧੇ ਸਾਰਿਆਂ ਕੋਲ ਹੀ ਹਥਿਆਰ ਆ ਜਾਣ, ਸਾਰੇ ਹੀ ਹਥਿਆਰ ਚਲਾਉਣੇ ਸਿੱਖ ਲੈਣ, ਫਿਰ ਇਹ ਮਾਰਕਾਟ ਸ਼ੁਰੂ ਕਰ ਦੇਣ। ਮੈਨੂੰ ਇਹ ਡਰ ਹੈ ਕਿ ਇਹ, ਕਿਉਂਕਿ ਸਰਕਾਰੀ ਪੈਸਾ ਵੀ RSS ਵਾਸਤੇ ਵਰਤ ਰਹੇ ਨੇ NGO ਦੇ ਨਾਂ 'ਤੇ, ਕਿਸੇ ਨਾ ਕਿਸੇ ਇਹ ਜਿਹੜੀ ਆਰਗੈਨਿਕ ਖੇਤੀ ਦੇ ਨਾਂ 'ਤੇ, ਤੇ ਹੁਣ ਇਹ ਹਥਿਆਰ ਔਰ ਸਿਖਲਾਈ ਵੀ ਸਰਕਾਰ ਦੇ ਪੈਸੇ ਦੇ ਰਾਹੀਂ ਇਹਨਾਂ ਨੂੰ ਦੇਣਾ ਚਾਹੁੰਦੇ ਆ। ਜਿੰਨਾ ਕਰਜ਼ਾ ਦਿੱਤਾ ਗਿਆ ਸੀ ਪਹਿਲਾਂ ਸਕਿੱਲ ਇੰਡੀਆ, ਡਿਜੀਟਲ ਇੰਡੀਆ ਵਗੈਰਾ ਦੇ ਨਾਂ ਦੇ ਉੱਤੇ, ਸਟਾਰਟਅਪ ਇੰਡੀਆ, ਸਟੈਂਡਅਪ ਇੰਡੀਆ ਦੇ ਨਾਂ 'ਤੇ, ਉਹ ਕਰਜ਼ਾ ਬਹੁਤਾ RSS ਨੂੰ ਗਿਆ ਤੇ ਉਹ ਕਰਜ਼ਾ ਬਹੁਤਾ ਦੱਬਿਆ ਗਿਆ, ਵਾਪਸ ਨਹੀਂ ਹੋਇਆ। ਉਹਦੇ ਕਾਗਜ਼ਾਂ 'ਚ ਹੀ ਹੈ ਸਕਿੱਲ ਇੰਡੀਆ ਦੇ ਵੀ ਇੰਨੇ ਟ੍ਰੇਨ ਕਰਤੇ, ਟ੍ਰੇਨ ਟੂਨ ਨਹੀਂ ਹੋਏ। ਮੈਨੂੰ ਇਹ ਲੱਗਦਾ ਹੈ ਵੀ ਹੁਣ ਸਰਕਾਰ ਨੇ ਇੱਕ ਫੈਸਲਾ ਕਰ ਲਿਆ ਕਿ ਅਸੀਂ ਆਪਦੇ RSS ਦੇ ਕੈਡਰ ਨੂੰ ਪੈਸੇ ਵੀ ਦੇਣੇ ਨੇ, ਟ੍ਰੇਨਿੰਗ ਵੀ ਦੇਣੀ ਹੈ, ਹਥਿਆਰ ਵੀ ਦੇਣੇ ਨੇ, ਦੇਣੇ ਵੀ ਸਰਕਾਰੀ ਖਰਚੇ ਤੇ ਨੇ। ਇਹ ਅਗਨੀਵੀਰ ਦੀ ਜਿਹੜੀ ਸਕੀਮ ਹੈ, ਉਹ ਮੈਨੂੰ ਲੱਗਦਾ ਉਹਦੇ ਵਿੱਚ ਅੰਦਰ ਖਾਤੇ ਪਰਦੇ ਦੇ ਪਿੱਛੇ ਉਹਦੀ ਆ ਮਨਸ਼ਾ ਹੈ। ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ।